ਪੰਜਾਬ, ਪੰਜਾਬੀਅਤ ਅਤੇ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪੰਜਾਬੀਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਹੈ। ਪੰਜਾਬੀ ਭਾਸ਼ਾ ਵਾਸਤੇ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਯਤਨ ਹੋ ਰਹੇ ਨੇ ਔਰ ਹਾਲ ਹੀ ਵਿੱਚ ਲੈਸਟਰ ਦੇ ਵਿੱਚ ਇੱਕ ਮਹਾਨ ਕਾਨਫਰੰਸ ਹੋ ਕੇ ਹਟੀ ਆ, ਜਿਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਉਸ ਕਾਨਫਰੰਸ ਦੇ ਵਿੱਚ ਕੀ ਹੋਇਆ, ਕਿਵੇਂ ਕਿਵੇਂ ਹੋਇਆ, ਉੱਥੋਂ ਦੇ ਮਹਿਮਾਨਾਂ ਦੇ ਜਿਹੜੇ ਤਜਰਬੇ ਕਿਹੋ ਜਿਹੇ ਸਨ, ਪ੍ਰਬੰਧਕਾਂ ਦੇ ਤਜਰਬੇ ਕਿਹੋ ਜਿਹੇ ਸਨ, ਤੇ ਨਾਲ ਦੀ ਨਾਲ ਲੋਕਾਂ ਦਾ ਜਿਹੜੇ ਕਿ ਲੋਕ ਬੜੀ ਉਤਸੁਕਤਾ ਨਾਲ, ਬੜੀ ਜਿਗਿਆਸਾ ਦੇ ਨਾਲ ਕੁਝ ਜਾਣਨ, ਕੁਝ ਸਿੱਖਣ ਦੀ ਮਾਨਸਿਕਤਾ ਲੈ ਕੇ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ, ਉਹਨਾਂ ਦੇ ਵੀ ਹਾਵ ਭਾਵ ਅਸੀਂ ਅੱਜ ਆਪਣੇ ਮਹਿਮਾਨਾਂ ਤੋਂ ਸੁਣਾਂਗੇ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਸਮਾਂ ਕੱਢ ਕੇ ਜੁੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਵਤਾਰ ਸਿੰਘ ਜੀ ਤੇ ਨਾਲ ਦੀ ਨਾਲ ਕਮਰ ਬਰਾੜ ਜੀ ਤੇ ਡਾਕਟਰ ਬਲਦੇਵ ਸਿੰਘ ਜੀ ਕਦੋੜਾ। ਆਓ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਵਤਾਰ ਸਿੰਘ ਜੀ, ਤੁਹਾਤੋਂ ਸ਼ੁਰੂ ਕਰਦੇ ਹਾਂ ਕਿ ਤੁਸੀਂ ਇੱਕ ਪ੍ਰਬੰਧਕ ਦੇ ਤੌਰ ਤੇ ਨਹੀਂ, ਇੱਕ ਮਹਿਮਾਨ ਦੇ ਤੌਰ ਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ, ਆਪਣੇ ਤਜਰਬੇ ਪਹਿਲਾਂ ਸ਼ੁਰੂ ਵਿੱਚ ਸਾਡਾ ਸਾਂਝੇ ਕਰੋ ਜੀ। ਚੰਦਰਪਾਲ ਜੀ, ਬੜਾ ਔਖਾ ਜਿਹਾ ਸਵਾਲ ਪਾਤਾ ਤੁਸੀਂ ਪਹਿਲਾਂ ਹੀ ਪੈਂਦੇ ਆਂ। ਇਹ 29 ਤੇ 30 ਜੁਲਾਈ ਨੂੰ ਲੈਸਟਰ ਦੇ ਵਿੱਚ ਇਹ ਪੰਜਾਬੀ ਕਾਨਫਰੰਸ UK ਦਾ ਪ੍ਰਬੰਧ ਕੀਤਾ ਗਿਆ ਸੀਗਾ, ਤੇ ਉਹਦੇ ਵਿੱਚ ਉਹਦਾ ਆਪਾਂ ਪ੍ਰੋਗਰਾਮ ਪਹਿਲਾਂ ਕੀਤਾ ਵੀ ਸੀਗਾ ਸਿੱਖ ਚੈਨਲ ਦੇ ਉੱਤੇ, ਜਿਹਦੇ ਵਿੱਚ ਅਸੀਂ ਇਹਦੇ ਬਾਰੇ ਸਾਰੀ ਗੱਲ ਦੱਸੀ ਸੀਗੀ। ਇਹਦੇ ਵਿੱਚ ਜਿਹੜਾ ਮਤਲਬ ਪੰਜਾਬੀ ਐਜੂਕੇਸ਼ਨ ਕੌਂਸਲ ਤੇ ਵਿਕਾਸ ਮੰਚ ਵਗੈਰਾ ਰਲ ਕੇ ਇਹ ਸਾਰਾ ਕੀਤਾ ਗਿਆ, ਤੇ ਇਹਦਾ ਪ੍ਰਬੰਧ ਸਾਰਾ ਜਿਹੜੀ ਲੈਸਟਰ ਦੀ ਸਾਡੀ ਟੀਮ ਹੈ ਉਹਨਾਂ ਵੱਲੋਂ ਕੀਤਾ ਗਿਆ। ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਲੋਂ ਖਾਸ ਕਰਕੇ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਸੀਗਾ। ਜੇ ਮੈਂ ਪ੍ਰਬੰਧਕ ਨਾ ਹੋ ਕੇ ਸਿਰਫ ਇੱਕ ਦਰਸ਼ਕ ਦੇ ਤੌਰ ਤੇ ਵੇਖਾਂ, ਤੇ ਉਹਨਾਂ ਨੂੰ ਆਉਂਦਿਆਂ ਹੀ ਜਾਂਦਿਆਂ ਮਤਲਬ ਚਾਹ ਪਾਣੀ ਦਾ, ਲੰਗਰ ਪਾਣੀ ਦਾ ਇੰਤਜ਼ਾਮ ਬਹੁਤ ਵਧੀਆ ਸੀ। ਹਾਲ ਨੂੰ ਬਹੁਤ ਚੰਗੇ ਢੰਗ ਦੇ ਨਾਲ ਉਹਨਾਂ ਨੇ ਤਿਆਰ ਕੀਤਾ ਸੀਗਾ। ਓਵਰਆਲ ਸਾਰੀ ਕਾਨਫਰੰਸ ਦੇ ਵਿੱਚ ਜਿਹੜੇ 6 ਪਰਚੇ ਪੜ੍ਹੇ ਗਏ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਮਿਸਾਲ ਸੀ। ਬਹੁਤ ਚੰਗੇ ਉੱਚ ਪਾਏ ਦੇ ਜਿਹੜੇ ਖਿਆਲ ਹੈ ਉਹ ਸਾਂਝੇ ਕੀਤੇ ਗਏ। ਦੂਸਰੀ ਜਿਹੜੀ ਖਾਸੀਅਤ ਸੀ ਇਹਦੀ, ਉਹਦੇ ਵਿੱਚ ਟਾਈਮ ਵੇਸਟ ਨਹੀਂ ਕੀਤਾ ਗਿਆ। ਆਮ ਤੌਰ ਤੇ ਇਹੋ ਜਿਹੀਆਂ ਕਾਨਫਰੰਸਿਸ ਦੇ ਵਿੱਚ ਬਾਹਰੋਂ ਆਏ ਲੋਕਾਂ ਦਾ ਟਾਈਮ ਬੜਾ ਖਰਾਬ ਕੀਤਾ ਜਾਂਦਾ ਹੈ, ਪਰ ਇੱਥੇ ਅਸੀਂ ਪਹਿਲੇ ਸੈਸ਼ਨ ਨੂੰ ਛੱਡ ਕੇ ਹਰ ਸੈਸ਼ਨ ਟਾਈਮ ਸਿਰ ਸ਼ੁਰੂ ਹੋਇਆ, ਟਾਈਮ ਸਿਰ ਖਤਮ ਹੋਇਆ। ਐਤਵਾਰ ਵਾਲੇ ਦਿਨ ਜਿਹੜਾ ਫਾਈਨਲ ਸੈਸ਼ਨ ਸੀ, ਉਹ ਵੀ ਤੁਸੀਂ ਮਤਲਬ ਦੇਖੋ ਵੀ ਬਿਲਕੁਲ ਟਾਈਮ ਸਿਰ, ਉਹ 2 ਮਿੰਟ ਵੀ ਲੇਟ ਨਹੀਂ ਹੋਇਆ। ਜਿੰਨਾ ਟਾਈਮ ਪ੍ਰਬੰਧਕਾਂ ਵੱਲੋਂ ਨੀਯਤ ਕੀਤਾ ਗਿਆ ਸੀ ਉਸੇ ਟਾਈਮ ਦੇ ਵਿੱਚ ਹੀ ਹੋਇਆ। ਇੱਕ ਤਾਂ ਉਹਦਾ ਪ੍ਰਬੰਧ ਬਹੁਤ ਅੱਛਾ ਸੀ, ਬਹੁਤ ਟਾਈਮ ਸਿਰ ਚੱਲ ਰਿਹਾ ਸੀ ਸਾਰਾ ਕੰਮ। ਦੂਸਰਾ, ਜਿਹੜੇ ਉੱਥੇ ਪਰਚੇ ਵਿਚਾਰੇ ਗਏ 6 ਪੇਪਰ, ਉਹ ਆਪਣੇ ਆਪ ਦੇ ਵਿੱਚ ਬਹੁਤ ਉੱਚ ਪਾਏ ਦੇ ਸਨ ਸਾਰੀ ਗੱਲ। ਤੇ ਲਹਿੰਦੇ ਪੰਜਾਬ ਵੱਲੋਂ ਆਏ ਹੋਏ ਜਿਹੜੇ ਮਤਲਬ 3 ਵਿਦਵਾਨ ਸੀ, ਡਾਕਟਰ ਖਾਸ ਕਰਕੇ ਡਾਕਟਰ ਕਾਦਰੀ ਤੇ ਉਹਨਾਂ ਦੇ ਨਾਲ 2, ਉਹਨਾਂ ਨੇ ਆ ਕੇ ਜਿਹੜਾ ਉਹਨਾਂ ਦਾ ਇੱਕ ਪ੍ਰੋਗਰਾਮ ਸੀ ਆਪਣਾ, ਪੇਸ਼ਕਾਰੀ ਵੀ ਸੀ ਤੇ ਪਰਚਾ ਵੀ ਸੀ ਰਿਸਰਚ ਦਾ, ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਵਧੀਆ ਸੀ। ਓਵਰਆਲ ਜੇ ਬਰੀਫਲੀ ਆਪਾਂ ਗੱਲ ਕਰਨੀ ਹੋਵੇ ਤੇ ਇਹ ਕਾਨਫਰੰਸ ਬਹੁਤ ਵਧੀਆ, ਬਹੁਤ ਕਾਮਯਾਬ, ਤੇ ਇਹਦੇ ਵਿੱਚੋਂ ਬਹੁਤ ਕੁਝ ਕੱਢ ਕੇ ਅੱਗੇ ਚੱਲਣ ਵਾਸਤੇ ਸਾਡੇ ਲਈ ਪ੍ਰਾਪਤ ਹੋਇਆ। ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਜਿਹੜੀ ਤੁਸੀਂ ਕਿਹਾ ਕਿ ਬਹੁਤ ਕਾਮਯਾਬ ਰਹੀ, ਉਸ ਕਾਮਯਾਬੀ ਦੀ ਜਿਹੜੀ ਕਸਵੱਟੀ ਨੂੰ ਅਸੀਂ ਅੱਜ ਕਸਵੱਟੀ ਤੇ ਪਰਖਣ ਦਾ ਆਪਾਂ ਯਤਨ ਵੀ ਕਰਾਂਗੇ, ਦੇਖਣ ਦਾ ਯਤਨ ਕਰਾਂਗੇ। ਤੇ ਕਮਲ ਬਰਾੜ ਜੀ, ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਪ੍ਰਬੰਧਕਾਂ ਦੇ ਵਿੱਚੋਂ ਵੀ ਸ਼ਾਮਲ ਸੀ, ਪਰ ਐਜ਼ ਏ ਤੁਹਾਨੂੰ ਪਬਲਿਕ ਤੌਰ ਦੇ ਉੱਤੇ ਕਿਹੋ ਜਿਹਾ ਅਹਿਸਾਸ ਹੋਇਆ, ਤੇ ਨਾਲ ਦੀ ਨਾਲ ਇਹ ਵੀ ਦੱਸੋ ਕਿ ਜਿਹੜੇ ਪਰਚਿਆਂ ਦੀ ਤਰਤੀਬ ਸੀ, ਉਹ ਕਿਹੜੇ ਕਿਹੜੇ ਪਰਚੇ ਪੜ੍ਹੇ ਗਏ, ਉਹਦੇ ਬਾਰੇ ਅਸੀਂ ਬਾਅਦ ਵਿੱਚ ਅੱਗੇ ਜਾ ਕੇ ਫਿਰ ਗੱਲ ਕਰਾਂਗੇ। ਕਮਲ ਬਰਾੜ ਜੀ। ਧੰਨਵਾਦ ਸ਼ਿੰਦਰਪਾਲ ਜੀ। ਡਾਕਟਰ ਅਵਤਾਰ ਸਿੰਘ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕਾਨਫਰੰਸ ਦੀ ਜੋ ਸਮਾਂ ਸਾਰਣੀ ਤੇ ਉਹਦੇ ਬਾਰੇ ਦੱਸ ਹੀ ਦਿੱਤਾ, ਪਰ ਮੈਂ ਥੋੜ੍ਹਾ ਜਿਹਾ ਵਿਸਤਾਰ 'ਚ ਜਾਂਦੇ ਹੋਏ ਦੱਸਣਾ ਚਾਹਾਂਗਾ। ਜਿਵੇਂ ਡਾਕਟਰ ਅਵਤਾਰ ਸਿੰਘ ਜੀ ਨੇ ਕਿਹਾ ਕਿ ਸਾਰੇ ਪਰਚੇ ਜੋ ਪੜ੍ਹੇ ਗਏ ਇਸ ਪੰਜਾਬੀ ਕਾਨਫਰੰਸ ਦੇ ਵਿੱਚ, ਸੰਮੇਲਨ ਦੇ ਵਿੱਚ, ਬਹੁਤ ਹੀ ਉੱਚ ਪੱਧਰ ਦੇ ਖੋਜ ਭਰਪੂਰ ਪਰਚੇ ਸਨ। ਕਾਨਫਰੰਸ ਦੀ ਸ਼ੁਰੂਆਤ ਅਸੀਂ ਜੀ ਪੰਜਾਬੀ ਜੋ ਪੜ੍ਹਾਈ ਹੋ ਰਹੀ ਅੱਜ ਬਰਤਾਨੀਆ ਦੇ ਵਿੱਚ, ਉਹਦੇ ਨਾਲ ਜੁੜੇ ਹੋਏ ਜੋ ਮਸਲੇ ਨੇ ਸਾਡੇ ਪੰਜਾਬੀ ਪੜ੍ਹਨ ਪੜ੍ਹਾਉਣ ਦੇ, ਉਸ ਤੇ ਰਮਿੰਦਰ ਸਿੰਘ ਜੀ ਤੇ ਤੇਜਿੰਦਰ ਕੌਰ ਜੀ ਨੇ ਬਹੁਤ ਹੀ ਵਿਸਤਾਰ ਪੂਰਵਕ ਪਰਚਾ ਪੜ੍ਹਿਆ, ਜਿਨ੍ਹਾਂ ਦਾ ਖੁਦ ਦਾ ਵੀ ਤਜਰਬਾ ਹੈ ਸਕੂਲ ਚਲਾਉਣ ਦਾ, ਪੰਜਾਬੀ ਸਕੂਲ ਚਲਾਉਣ ਦਾ।
ਬਰਤਾਨੀਆ ਦੇ ਵਿੱਚ। ਉਸ ਤੋਂ ਬਾਅਦ ਸਾਡੇ ਆਪਣੇ ਡਾਕਟਰ ਬਲਦੇਵ ਸਿੰਘ ਕੰਦੋਲਾ ਜੀ ਨੇ ਬਹੁਤ ਹੀ ਖੋਜ ਭਰਪੂਰ ਪਰਚਾ ਪੰਜਾਬੀ ਸ਼ਬਦਾਵਲੀ ਤੇ ਪੜ੍ਹਿਆ। ਉਂਝ ਤਾਂ ਪਰਚੇ ਦੀ ਜਿਹੜਾ ਵਿਸ਼ਾ ਸੀਗਾ ਉਹ ਪੰਜਾਬੀ ਪ੍ਰਭਾਸ਼ਿਕ ਸ਼ਬਦਾਵਲੀ ਦੇ ਨਾਲ ਜੁੜਿਆ ਸੀ, ਪਰ ਜਿਵੇਂ ਡਾਕਟਰ ਕੰਦੋਲਾ ਜੀ ਨੂੰ ਆਪਾਂ ਨੂੰ ਮਾਣ ਹੈ ਇਹਨਾਂ ਦੀ ਵਿਦਵਤਾ ਦੇ ਉੱਤੇ, ਇਹਨਾਂ ਨੇ ਉਸ ਪਰਚੇ ਦੇ ਵਿੱਚ ਸਾਰੇ ਜੋ ਪੰਜਾਬੀ ਵਿਗਿਆਨਕ ਸੱਭਿਆਚਾਰ ਅੱਜ ਉਤਪੰਨ ਕਰਨ ਦੀ ਲੋੜ ਹੈ ਉਹਦੇ ਬਾਰੇ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਜੋ ਬਹੁਤ ਹੀ ਵਿਚਾਰਨਯੋਗ ਸਨ। ਉਸ ਤੋਂ ਬਾਅਦ ਸਾਡੇ ਆਪਣੇ ਡਾਕਟਰ ਅਵਤਾਰ ਸਿੰਘ ਜੀ ਨੇ ਸਿੰਘ ਸਭਾ ਕਾਲ ਦੇ ਦੌਰਾਨ ਜੋ ਪੰਜਾਬੀ ਦੇ ਪ੍ਰਪੱਖ ਤੋਂ ਪੰਜਾਬੀ ਸਾਹਿਤ ਉਪਜਿਆ, ਪੰਜਾਬੀ ਦਾ ਜੋ ਵਿਕਾਸ ਹੋਇਆ ਉਸ ਕਾਲ ਦੇ ਦੌਰਾਨ, ਉਸ ਤੇ ਬਹੁਤ ਵਿਸਤਾਰਪੂਰਵਕ ਪਰਚਾ ਪੜ੍ਹਿਆ, ਜੋ ਸੰਗਤ ਨੇ ਬਹੁਤ ਹੀ ਸਲਾਹਿਆ। ਨਵੀਆਂ ਚੀਜ਼ਾਂ ਹਰ ਕਿਸੇ ਨੂੰ ਸਿੱਖਣ ਨੂੰ ਮਿਲੀਆਂ ਕਿ ਅਸੀਂ ਉਸ ਕਾਲ ਦੌਰਾਨ ਜੋ ਪੰਜਾਬੀ ਦਾ ਥੰਮ ਬੰਨ੍ਹਿਆ ਗਿਆ ਸੀਗਾ ਉਸ ਨੂੰ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਉਹ ਅੱਜ ਦੇ ਸਾਹਿਤ ਵਿੱਚ, ਅੱਜ ਦੀ ਰਾਜਨੀਤੀ ਦੇ ਵਿੱਚ ਤੇ ਅੱਜ ਸਾਡੇ ਜੀਵਨ ਕਾਲ ਦੇ ਵਿੱਚ ਕਿਵੇਂ ਆਪਣੀ ਭੂਮਿਕਾ ਨਿਭਾ ਰਿਹਾ। ਤੇ ਉਸ ਤੋਂ ਬਾਅਦ ਦੂਜੇ ਦਿਨ ਜੀ ਅਸੀਂ ਕਾਨਫਰੰਸ ਦਾ ਆਗਾਜ਼ ਬਰਤਾਨੀਆ ਦੇ ਵਿੱਚ ਜੋ ਪੰਜਾਬੀ ਸਾਹਿਤ ਰਚਿਆ ਗਿਆ ਉਹਦਾ ਇੱਕ ਸਰਵੇਖਣ ਕਰਦਿਆਂ, ਜੋ ਕਿ ਪਰਚਾ ਸਾਡੇ ਸਾਥੀ ਡਾਕਟਰ ਬਲਵਿੰਦਰ ਸਿੰਘ ਚਾਹਲ ਜੀ ਨੇ ਪੜ੍ਹਿਆ, ਜਿਨ੍ਹਾਂ ਨੇ, ਜੋ ਖੁਦ ਵੀ ਲੇਖਕ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਇਟਲੀ ਦੇ ਵਿੱਚ ਪੰਜਾਬੀ ਜੋ ਦੂਜੇ ਸੰਸਾਰ ਯੁੱਧ ਦੇ ਵਿੱਚ ਹਿੱਸਾ ਲਿਆ ਜਿਨ੍ਹਾਂ ਨੇ, ਉਹਨਾਂ ਨੇ ਇਟਲੀ ਤੋਂ ਇੱਥੇ ਆ ਕੇ ਜਿਵੇਂ ਬਰਤਾਨੀਆ ਦਾ ਸੁਨਹਿਰੀ ਕਾਲ ਆਪਾਂ ਕਹਿ ਦਿੰਦੇ ਹਾਂ ਪਿਛਲੇ 40 ਸਾਲ ਪੰਜਾਬੀ ਸਾਹਿਤ ਦੇ ਪੱਖੋਂ, ਉਸ ਨੂੰ ਬੜੇ ਨੇੜੇ ਤੋਂ ਦੇਖਿਆ। ਉਹਨਾਂ ਨੇ ਬਹੁਤ ਹੀ ਖੋਜ ਕੀਤੀ, ਵੱਖੋ ਵੱਖਰੇ ਪੁਰਾਣੇ ਲੇਖਕਾਂ ਨਾਲ ਗੱਲ ਕੀਤੀ, ਕਿਤਾਬਾਂ ਦਾ ਸਰਵੇਖਣ ਕੀਤਾ ਤੇ ਉਹਨਾਂ ਨੇ ਇੱਕ ਬਹੁਤ ਹੀ ਰੌਚਕ ਪਰਚਾ ਸਾਡੇ ਸਨਮੁਖ ਪੇਸ਼ ਕੀਤਾ। ਉਸ ਤੋਂ ਬਾਅਦ ਜੀ ਅਸੀਂ ਜਿਹੜਾ ਪੰਜਵਾਂ ਪਰਚਾ ਸੀਗਾ ਉਹ ਪੰਜਾਬੀ ਖੋਜ ਵਿਧੀਆਂ ਦੇ ਨਾਲ ਸੰਬੰਧਿਤ ਸੀਗਾ। ਪੰਜਾਬੀ ਖੋਜ ਵਿਧੀਆਂ, ਭਾਸ਼ਾ ਤੇ ਰਾਜਨੀਤੀ, ਪੰਜਾਬੀ ਖੋਜ ਦੇ ਪ੍ਰਪੱਖ ਤੋਂ, ਕਿਉਂਕਿ ਕਈ ਵਾਰੀ ਆਪਾਂ ਕਹਿ ਦਿੰਦੇ ਹੈਗੇ ਕਿ ਪੰਜਾਬੀ ਖੋਜ ਵਿੱਚ ਸੁਧਾਰ ਹੋਣਾ ਚਾਹੀਦਾ, ਪਰ ਉਹਦੇ ਨਾਲ ਨਾਲ ਹੀ ਇਸ ਪਰਚੇ ਨੇ ਇੱਕ ਨਵਾਂ ਕਨਸੈਪਟ, ਨਵਾਂ ਸੰਕਲਪ ਸਾਡੇ ਸਨਮੁਖ ਲਿਆਂਦਾ ਕਿ ਖੋਜ ਕਿਸ ਚੀਜ਼ ਦੇ ਉੱਤੇ ਹੋਣੀ ਚਾਹੀਦੀ ਹੈ, ਖੋਜ ਕਿਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਹੋਣੀ ਚਾਹੀਦੀ ਹੈ ਪੰਜਾਬੀ ਦੇ ਵਿੱਚ। ਤੇ ਇਹਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ, ਜਿਹੜਾ ਪੰਜਾਬੀ ਕਾਨਫਰੰਸ ਦੇ 3 ਹੋਰ ਭਾਗ ਸੀਗੇ, ਇੱਕ ਡਾਕਟਰ ਅਵਤਾਰ ਸਿੰਘ ਜੀ ਨੇ ਬੜੇ ਵਿਸਤਾਰ ਚ ਅੱਗੇ ਦੱਸ ਹੀ ਦਿੱਤਾ ਕਿ ਸਾਡੇ ਸਾਥੀ ਲਹਿੰਦੇ ਪੰਜਾਬ ਤੋਂ ਕਾਨਫਰੰਸ ਦੇ ਨਾਲ ਜੁੜੇ, ਉਹਨਾਂ ਨੇ ਆਪਣਾ ਇੱਕ ਨਵਾਂ ਰੰਗ ਪੇਸ਼ ਕੀਤਾ। ਉਹਦੇ ਵਿੱਚ ਡਾਕਟਰ ਆਸਮਾ ਕਾਦਰੀ ਤੇ ਨਜ਼ਤ ਅਬਾਸ ਜੀ ਹੋਰਾਂ ਦਾ ਬਹੁਤ ਯੋਗਦਾਨ ਰਿਹਾ। ਇੱਕ ਸੋਲੋ ਨਾਟ ਵੀ ਪੇਸ਼ ਹੋਇਆ ਉਹਦੇ ਵਿੱਚ ਕਾਨਫਰੰਸ ਦੇ ਦੌਰਾਨ। ਤੇ ਉਹਦੇ ਨਾਲ ਨਾਲ ਹੀ ਜੀ ਅਸੀਂ ਪਹਿਲੇ ਦਿਨ ਦੇ ਅੰਤ ਦੇ ਉੱਤੇ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ, ਤਾਂ ਜੋ ਇਸ ਨੂੰ ਹੋਰ ਥੋੜਾ ਜਿਹਾ ਰੌਚਕ ਤੇ ਮਨੋਰੰਜਕ ਬਣਾਇਆ ਜਾ ਸਕੇ। ਤੇ ਉਹਦੇ ਨਾਲ ਨਾਲ ਹੀ ਦੂਸਰੇ ਦਿਨ ਕਾਨਫਰੰਸ ਦੀ ਸਾਰ ਤੇ ਸਮਾਪਤੀ ਕਰਨ ਦੇ ਨਾਲ ਨਾਲ ਅਸੀਂ ਕੁਝ ਸ਼ਖਸੀਅਤਾਂ ਬਰਤਾਨੀਆ ਦੇ ਵਿੱਚ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਫੁੱਲਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਪਿਛਲੇ ਕਈ ਦਹਾਕਿਆਂ ਤੋਂ ਤੇ ਹੁਣ ਵੀ ਪਾਉਂਦੇ ਆ ਰਹੇ ਨੇ, ਉਹਨਾਂ ਨੂੰ ਸਾਨੂੰ ਜੀ ਸਨਮਾਨ ਕਰਨ ਦਾ ਮੌਕਾ ਲੱਗਾ। ਸ਼ਿੰਦਰਪਾਲ ਜੀ। ਕਮਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਜੋ ਵਿਸਤਾਰ ਦਿੱਤਾ। ਆਪਾਂ ਸਾਰੇ ਪਰਚਿਆਂ ਬਾਰੇ, ਖੋਜ ਪੱਤਰਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲ ਕਰਾਂਗੇ। ਤੇ ਮੈਂ ਹੁਣ ਸੰਬੋਧਨ ਹੋਵਾਂਗਾ ਡਾਕਟਰ ਬਲਦੇਵ ਕੰਦੋਲਾ ਜੀ, ਜਿਨ੍ਹਾਂ ਨੂੰ ਕਿ ਬਹੁਤ ਸਾਰੀਆਂ ਅੰਤਰਰਾਸ਼ਟਰੀ ਕਾਨਫਰੰਸਾਂ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ, ਬੜਾ ਤਜਰਬਾ ਹੈ ਉਹਨਾਂ ਦਾ, ਖਾਸ ਤੌਰ ਤੇ ਕਿ ਵਿਦਿਅਕ ਅਦਾਰਿਆਂ ਦੇ ਵਿੱਚ ਵਿਚਰਨ ਦਾ ਉਹਨਾਂ ਦਾ ਬੜਾ ਤਜਰਬਾ ਹੈ, ਅਨੁਭਵ ਹੈ। ਉਹਨਾਂ ਨੂੰ ਇਸੇ ਪੱਖ ਤੋਂ ਮੈਂ ਪੁੱਛਾਂਗਾ ਕਿ ਤੁਸੀਂ ਇਸ ਕਾਨਫਰੰਸ ਦੇ ਬਾਰੇ ਤੁਹਾਡੇ ਕਿਹੋ ਜਿਹੇ ਅਨੁਭਵ ਨੇ। ਪ੍ਰਬੰਧ ਬਾਰੇ ਅਵਤਾਰ ਜੀ ਨੇ ਦੱਸ ਦਿੱਤਾ ਹੈ, ਤੁਸੀਂ ਇਸ ਜਿਹੜਾ ਇਸ ਦਾ ਮਿਆਰ ਸੀ ਜਾਂ ਇਸ ਕਾਨਫਰੰਸ ਦਾ ਜਾਂ ਪਰਚਿਆਂ ਦਾ ਜਾਂ ਖੋਜ ਦਾ ਮਿਆਰ ਸੀ, ਉਹਦੇ ਬਾਰੇ ਉਸ ਪੱਖ ਤੋਂ ਕੀ ਕਹਿਣਾ ਚਾਹੁੰਦੇ ਆ? ਬਲਦੇਵ ਜੀ, ਤੁਹਾਡੇ ਕਿਹੋ ਜਿਹੇ ਅਨੁਭਵ ਨੇ? ਡਾਕਟਰ ਬਲਦੇਵ ਜੀ। ਬਿਲਕੁਲ ਸ਼ਿੰਦਰਪਾਲ ਜੀ, ਬਹੁਤ ਬਹੁਤ ਧੰਨਵਾਦ ਕਿ ਆਪਣੇ ਦੂਸਰੇ ਮਹਿਮਾਨਾਂ ਨੇ ਬਹੁਤ ਵਿਸਤਾਰ ਦੇ ਨਾਲ, ਬਹੁਤ ਚੰਗੇ ਤਰੀਕੇ ਨਾਲ ਦੱਸ ਹੀ ਦਿੱਤਾ ਹੈਗਾ। ਦੇਖੋ, ਇਹ ਆਮ ਇਹੀ ਆਪਾਂ ਕਹਿ ਰਹੇ ਹੈਗੇ ਆ ਕਿ ਬਈ ਇਹ ਜਿਹੜੀ ਕਾਨਫਰੰਸ ਸੀਗੀ ਬਹੁਤ ਕਾਮਯਾਬ ਰਹੀ, ਔਰ ਇਹਦੀ ਕਾਮਯਾਬੀ ਦੀ ਮੈਨੂੰ ਕੋਈ ਕੀ ਕਹਿੰਦੇ ਹੁੰਦੇ ਸਰਪ੍ਰਾਈਜ਼ ਨਹੀਂ ਆਇਆ ਹੈਗਾ।
ਕਿਉਂਕਿ ਤੁਸੀਂ ਸਿੱਖ ਐਜੂਕੇਸ਼ਨ ਕੌਂਸਲ ਤੇ ਹੋਰ ਜਿਹੜੇ ਅਦਾਰੇ ਇਸ ਦੇ ਵਿੱਚ ਸ਼ਾਮਿਲ ਸੀਗੇ, ਉਹ ਪਿਛਲੇ 1 ਸਾਲ ਤੋਂ ਇਹਦੀ ਪਲੈਨਿੰਗ ਕਰ ਰਹੇ ਸੀ ਤੇ ਇਸ ਲਈ ਇਹਦਾ ਕਾਮਯਾਬ ਹੋਣਾ ਜ਼ਰੂਰੀ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਬੰਧ ਕਰਨ ਦੇ ਵਿੱਚ ਦੇਖੋ, ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਇਵੈਂਟ ਕਰਦੇ ਹੈਗੇ ਆ ਤੇ ਉਹਦੇ ਵਿੱਚ ਕੋਈ ਨਾ ਕੋਈ ਕਮੀਆਂ ਰਹਿ ਹੀ ਜਾਂਦੀਆਂ। ਸੋ ਇਹਦੇ ਵਿੱਚ ਇੰਨੀਆਂ ਵੱਡੀਆਂ ਕੋਈ ਕਮੀਆਂ ਨਹੀਂ ਰਹਿ ਗਈਆਂ ਜਿਨ੍ਹਾਂ ਦਾ ਕਿ ਸੋਧ ਨਾ ਕੀਤਾ ਜਾ ਸਕੇ। ਤੇ ਜਿਹੜੇ ਕਾਨਫਰੰਸ ਦੇ ਪੇਪਰ ਸੀਗੇ, ਉਹਨਾਂ ਦੇ ਵਿੱਚ ਤੁਹਾਨੂੰ ਪਤਾ, ਤੁਸੀਂ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਸੀ ਕਿ ਇਹ ਸੀ ਵੀ ਐਤਕੀ ਦੇ ਇਹ ਤੁਹਾਨੂੰ ਪਤਾ ਕਿ ਬਈ ਕੋਵਿਡ ਤੋਂ ਪਹਿਲਾਂ ਵੀ ਇੱਕ ਕਾਨਫਰੰਸ ਲੈਸਟਰ ਵਿਖੇ ਹੀ ਇਸੇ ਸੀਰੀਜ਼ ਦੇ ਵਿੱਚ ਕਰਾਈ ਗਈ ਸੀ। ਕੋਵਿਡ ਕਰਕੇ ਉਹ 2 ਸਾਲ ਨਹੀਂ ਹੋ ਸਕੀ ਤੇ ਇਹਦੇ ਤੇ ਆਪਾਂ, ਤੁਹਾਨੂੰ ਪਤਾ ਹੀ ਆ ਕਿ ਵੀ ਇਹ ਵਿਚਾਰ ਵਿਮਰਸ਼ ਕੀਤਾ ਸੀ ਕਿ ਪਰਚੇ ਕਿਹੋ ਜਿਹੇ ਹੋਣੇ ਚਾਹੀਦੇ ਆ, ਔਰ ਇਹਦੇ ਵਿੱਚ ਸਾਰਿਆਂ ਨੇ ਸਹਿਮਤੀ ਵੀ ਪ੍ਰਗਟ ਕੀਤੀ ਸੀ ਕਿ ਇਹਦੇ ਵਿੱਚ ਉੱਚ ਪੱਧਰ ਦੇ ਪਰਚੇ ਹੋਣੇ ਚਾਹੀਦੇ ਆ, ਕਿਉਂਕਿ ਖਾਸ ਕਰ ਜਿਹੜੀ ਸਿੱਖ ਐਜੂਕੇਸ਼ਨ ਕੌਂਸਲ ਆ, ਉਹਨਾਂ ਦਾ ਤਜਰਬਾ ਇਹ ਸੀ ਕਿ ਬਈ ਪਿਛਲੀਆਂ ਕਾਨਫਰੰਸਾਂ ਦੇ ਵਿੱਚ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਲੋਕਾਂ ਨੂੰ ਇਨਵਾਈਟ ਕੀਤਾ ਸੀ ਕਿ ਵੀ ਉਹ ਆਪੋ ਆਪਣੇ ਪੇਪਰ ਭੇਜਣ, ਤੇ ਉਹ ਥੋੜੇ ਜਿਹੇ ਨਾਖੁਸ਼ ਨਜ਼ਰ ਆਏ ਸੀ ਕਿ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਅਮਰੀਕਾ, ਕੈਨੇਡਾ ਤੇ ਭਾਰਤ ਵਿੱਚੋਂ, ਖਾਸ ਕਰ ਪੰਜਾਬ ਵਿੱਚੋਂ, ਜਿਨ੍ਹਾਂ ਨੇ ਪਿਛਲੀਆਂ ਕਾਨਫਰੰਸਾਂ ਦੇ ਵਿੱਚ ਪੇਪਰ ਪ੍ਰੈਜ਼ੈਂਟ ਕੀਤੇ ਸੀ, ਉਹਨਾਂ ਦੀ ਜਿਹੜੀ ਕੁਆਲਿਟੀ ਸੀ ਉਹਦੇ ਤੋਂ ਉਹ ਸਿੱਖ ਕੌਂਸਲ ਵਾਲੇ ਇੰਨੇ ਖੁਸ਼ ਨਹੀਂ ਸੀਗੇ। ਇਸ ਲਈ ਉਹਨਾਂ ਨੇ ਕਿਹਾ ਕਿ ਬਈ ਐਤਕੀ ਦਾ ਤਜਰਬਾ ਜਿਹੜਾ ਕਰਾਂਗੇ ਉਹ ਇਹ ਕਰਾਂਗੇ ਕਿ ਬਈ ਆਪਾਂ ਇਹ ਜਿਹੜੇ ਵਿਸ਼ੇ ਚੁਣੇ ਗਏ ਸੀਗੇ ਕਿ ਉਹਨਾਂ ਦੇ ਜਿਹੜੇ ਪੇਪਰ ਲਿਖਣ ਵਾਲੇ ਆ ਉਹ ਸਿਰਫ ਤੇ ਸਿਰਫ UK ਦੇ ਵਿੱਚ ਹੋਣਗੇ, ਕਿ ਉਹ ਇਸ ਲਈ ਫੈਸਲਾ ਨਹੀਂ ਸੀ ਕੀਤਾ ਗਿਆ ਕਿ ਬਈ ਅਸੀਂ ਸਿਰਫ ਆਪਣੇ ਆਪ ਨੂੰ UK ਦੇ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਆ, ਤੇ ਉਹ ਇਸ ਲਈ ਸੀ ਕਿ ਬਈ ਚਲੋ ਦੇਖੋ ਕਿ ਆਪਾਂ ਨੂੰ ਕਿਹੋ ਜਿਹੇ ਵਿਦਵਾਨ ਜਾਂ ਪਰਚਾ ਲਿਖਣ ਵਾਲੇ ਜਾਂ ਪ੍ਰੈਜ਼ੈਂਟ ਕਰਨ ਵਾਲੇ ਆਪਾਂ ਨੂੰ ਮਿਲਦੇ ਹੈਗੇ ਆ। ਸੋ ਇਹਦਾ ਨਤੀਜਾ ਇਹੀ ਨਿਕਲਿਆ ਕਿ ਬਈ ਪਰਚੇ ਦੇ ਜਿਹੜੇ ਸੀਗੇ ਸਿਰਲੇਖ ਉਹ ਵੀ ਵਧੀਆ ਸੀ, ਔਰ ਪ੍ਰੈਜ਼ੈਂਟ ਕਰਨ ਵਾਲੇ ਵੀ, ਔਰ ਸਭ ਤੋਂ ਵੱਡਾ ਚੰਦਰਪਾਲ ਜੀ ਮੈਨੂੰ ਇਹ ਚੰਗਾ ਲੱਗਾ ਕਿ ਜਿਹੜੇ ਦਰਸ਼ਕ ਸੀਗੇ ਜਿਹੜੇ ਕਾਨਫਰੰਸ ਦੇ ਵਿੱਚ ਆਏ ਸੀ, ਆਮ ਤੌਰ ਤੇ ਕੀ ਹੁੰਦਾ ਹੈਗਾ ਕਿ ਬਈ ਈਵਨ ਜਿਹੜੀਆਂ ਇੱਕ ਦਿਨ ਦੀਆਂ ਕਾਨਫਰੰਸ ਵੀ ਹੁੰਦੀਆਂ ਹੈਗੀਆਂ, 2-4 ਘੰਟਿਆਂ ਦੇ ਬਾਅਦ ਲੋਕ ਉੱਠ ਕੇ ਵਾਪਸ ਘਰਾਂ ਨੂੰ ਚਲੇ ਜਾਣਾ ਸ਼ੁਰੂ ਕਰ ਦਿੰਦੇ ਆ। ਇਹ ਕਾਨਫਰੰਸ 2 ਦਿਨ ਚੱਲੀ ਸੀ, ਔਰ ਦੂਜੇ ਦਿਨ ਪਹਿਲੇ ਦਿਨ ਨਾਲੋਂ ਵੀ ਜ਼ਿਆਦਾ ਲੋਕ ਸ਼ਾਮਲ ਹੋਏ ਉਹਦੇ ਵਿੱਚ, ਔਰ ਉਹਨਾਂ ਨੇ ਬੜੀ ਗੰਭੀਰਤਾ ਦੇ ਨਾਲ ਜਿਹੜੇ ਪੇਪਰ ਸੀਗੇ ਉਹਨਾਂ ਨੂੰ ਸੁਣਿਆ, ਔਰ ਉਹਨਾਂ ਦੇ ਕਿਸੇ ਹੱਦ ਤੱਕ ਜਿਹੜੇ ਸਵਾਲ ਸੀਗੇ, ਜਿਹੜਾ ਉਹਨਾਂ ਦਾ ਪ੍ਰਤੀਕਰਮ ਸੀ, ਉਹ ਵੀ ਬਹੁਤ ਉੱਚ ਦਰਜੇ ਦਾ ਸੀ। ਔਰ ਬਾਅਦ ਦੇ ਵਿੱਚ ਕੰਵਰ ਬਰਾੜ ਤੇ ਇਹਨਾਂ ਦੇ ਸਾਥੀਆਂ ਦਾ ਕਰਕੇ ਉਹਨਾਂ ਨੂੰ ਇੱਕ ਫਾਰਮ ਭਰਨ ਲਈ ਵੀ ਕਿਹਾ ਗਿਆ ਸੀਗਾ ਕਿ ਵੀ ਤੁਹਾਡਾ ਇਸ ਕਾਨਫਰੰਸ ਬਾਰੇ ਕੀ ਖਿਆਲ ਹੈਗਾ। ਮੈਂ ਇਹ ਪਹਿਲੀ ਵਾਰੀ ਦੇਖਿਆ ਕਿ ਵੀ ਕਿਸੇ ਪੰਜਾਬੀ ਕਾਨਫਰੰਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੀ ਆਡੀਅנס ਹੈਗੀ ਆ ਉਹਨਾਂ ਤੋਂ ਪੁੱਛਿਆ ਗਿਆ ਹੋਵੇ ਕਿ ਬਈ ਤੁਹਾਡਾ ਇਸ ਕਾਨਫਰੰਸ ਬਾਰੇ ਕੀ ਖਿਆਲ ਸੀ, ਔਰ ਉਹਨਾਂ ਦੇ ਜਿਹੜੇ ਨਤੀਜੇ ਸੀ ਉਹ ਬਹੁਤ ਹੀ ਹੈਰਾਨੀਜਨਕ ਸੀ। ਤੇ ਮੈਂ ਇਹੀ ਸੋਚਦਾ ਸੀ ਉਹਨਾਂ ਨਤੀਜਿਆਂ ਨੂੰ ਦੇਖ ਕੇ ਕਿ ਸ਼ਾਇਦ ਪਹਿਲਾਂ ਕਾਨਫਰੰਸ ਜਿਹੜੇ ਕਰਦੇ ਸੀਗੇ ਪ੍ਰਬੰਧਕ, ਉਹ ਜਿਹੜੇ ਆਉਣ ਵਾਲਿਆਂ ਤੋਂ ਪੁੱਛਦੇ ਹੀ ਨਹੀਂ ਸੀ ਵੀ ਤੁਹਾਨੂੰ ਇਸ ਕਾਨਫਰੰਸ ਦੇ ਵਿੱਚ ਕਿਹੜੀ ਚੀਜ਼ ਚੰਗੀ ਲੱਗੀ, ਕਿਹੜੀ ਮਾੜੀ ਲੱਗੀ, ਔਰ ਜੋ ਵਿਚਾਰ ਲਿਖ ਕੇ ਉਹ ਕਾਨਫਰੰਸ ਸ਼ਾਮਲ ਹੋਣ ਵਾਲੇ ਨੇ ਆਪਣੇ ਵਿਚਾਰ ਦਿੱਤੇ, ਬਹੁਤ ਹੀ ਸ਼ਲਾਘਾਯੋਗ। ਔਰ ਮੈਂ ਹੈਰਾਨ ਹੋ ਗਿਆ ਕਿ ਬਈ ਕਿੰਨੇ ਸੀਰੀਅਸ ਮਨ ਦੇ ਨਾਲ ਉਹਨਾਂ ਲੋਕਾਂ ਨੇ ਹਿੱਸਾ ਲਿਆ, ਔਰ ਕਿੰਨੇ ਉਹ ਉਤਸ਼ਾਹਤ ਸੀਗੇ ਇਹਦੇ ਬਾਰੇ ਕੁਝ ਕਹਿਣ ਦੇ ਲਈ। ਮੇਰਾ ਖਿਆਲ ਹੈ ਕਿ ਬਈ ਅਸੀਂ ਇਸ ਕਾਨਫਰੰਸ ਨੇ ਨਵੀਂ ਰੀਤ ਵੀ ਸ਼ੁਰੂ ਕਰ ਦਿੱਤੀ ਹੈਗੀ ਪੰਜਾਬੀਆਂ ਦੇ ਵਿੱਚ ਕਿ ਜਿਹੜੇ ਕਾਨਫਰੰਸ ਅਟੈਂਡ ਕਰਨ ਵਾਲੇ ਉਹਨਾਂ ਤੋਂ ਵੀ ਪੁੱਛਿਆ ਜਾਵੇ ਵੀ ਤੁਹਾਨੂੰ ਇਹ ਚੰਗੀ ਲੱਗੀ ਜਾਂ ਮਾੜੀ ਲੱਗੀ, ਤੇ ਇਹਨੂੰ ਹੋਰ ਬਿਹਤਰ ਕਿਸ ਤਰ੍ਹਾਂ ਬਣਾਇਆ ਜਾ ਸਕਦਾ। ਜੀ ਠੀਕ ਆ। ਬਲਦੇਵ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਆਪਣੇ ਮਹਿਮਾਨਾਂ ਨੂੰ ਬੇਨਤੀ ਕਰਾਂਗਾ, ਅਗਰ ਤੁਹਾਨੂੰ ਕੋਈ ਖਿਆਲ ਆਉਂਦਾ ਤੁਸੀਂ ਇਸ਼ਾਰਾ ਕਰਕੇ ਆਪਣੀ ਗੱਲ ਨੂੰ ਵਿੱਚ ਸ਼ਾਮਲ ਕਰ ਸਕਦੇ। ਕੰਵਰ ਜੀ, ਮੈਂ ਹੁਣ ਤੁਹਾਡੇ ਵੱਲ ਆਵਾਂਗਾ। ਜਿਹੜੇ ਤੁਸੀਂ
ਵਿਸਤਾਰ ਦੇ ਵਿੱਚ ਸੰਖੇਪ ਵਿੱਚ ਦੱਸਿਆ ਕਿ ਕਿਹੜੇ-ਕਿਹੜੇ ਪਰਚੇ ਪੜ੍ਹੇ ਗਏ। ਪਹਿਲਾ ਪਰਚਾ ਮੈਂ ਤੁਹਾਤੋਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ, ਜਿਵੇਂ ਕਿ ਪ੍ਰੋਗਰਾਮ ਮੈਂ ਦੇਖ ਚੁੱਕਾ ਤੁਹਾਡਾ, ਕਿ ਜੋ ਪੰਜਾਬੀ ਦੀ ਪੜ੍ਹਾਈ ਦੇ ਮੁੱਦੇ ਨੂੰ ਲੈ ਕੇ ਪੰਜਾਬੀ ਦੇ ਅਧਿਆਪਕਾਂ ਨੇ ਇੱਕ ਜੋ ਆਪਣੀ ਪੇਸ਼ਕਾਰੀ ਕੀਤੀ ਸੀ, ਉਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਹੋ ਜਾਵੇ ਤੇ ਫਿਰ ਆਪਾਂ ਵਿਸ਼ਿਆਂ ਨੂੰ ਤਰਤੀਬਵਾਰ ਲੈਂਦੇ ਹਾਂ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਮਰ ਜੀ? ਤੇ ਉਸ ਤੋਂ ਬਾਅਦ ਬਲਦੇਵ ਜੀ ਵੀ ਆਪਣੇ ਵਿਚਾਰ ਦੇਣਗੇ ਤੇ ਡਾਕਟਰ ਅਵਤਾਰ ਜੀ ਵੀ ਇੱਕ ਮਿੰਟ ਵਾਸਤੇ। ਕਮਰ ਜੀ। ਬਿਲਕੁਲ ਜੀ। ਸਭ ਤੋਂ ਪਹਿਲਾਂ ਤਾਂ ਕੰਦੋਲਾ ਸਾਹਿਬ ਦੀ ਗੱਲ ਨੂੰ ਜੋੜਦਿਆਂ ਇਹ ਕਹਿਣਾ ਚਾਹਾਂਗਾ ਕਿ ਇਸ ਕਾਨਫਰੰਸ ਦਾ ਅਸਲ ਸਿਰਾ ਜਿਹੜਾ ਸਫਲਤਾ ਦਾ, ਉਹ ਵਾਕਿਆ ਹੀ ਜਿਹੜੇ ਕਾਨਫਰੰਸ ਨੂੰ ਸੁਣਨ ਆਏ ਉਹਨਾਂ ਦੇ ਸਿਰ ਜਾਂਦਾ, ਜਿਹੜੀ ਉੱਥੇ ਆਡੀਅנס ਇਕੱਠੀ ਹੋਈ। ਤੇ ਜਿਹੜਾ ਇਹ ਪਰਚਾ ਪਹਿਲਾਂ ਪੜ੍ਹਿਆ ਗਿਆ ਜੀ, ਪੰਜਾਬੀ ਦੀ ਪੜ੍ਹਾਈ ਦੇ ਸੰਬੰਧ ਦੇ ਵਿੱਚ ਬਰਤਾਨੀਆ 'ਚ ਸਾਨੂੰ ਜੋ ਅੱਜ ਮੁਸ਼ਕਲਾਂ ਆ ਰਹੀਆਂ ਨੇ, ਇੱਕ ਗੱਲ ਸਾਫ਼ ਸੀ ਕਿ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਸੰਭਾਵਨਾਵਾਂ ਦੇ ਵਿੱਚ ਕਿਵੇਂ ਬਦਲਿਆ ਜਾਵੇ। ਕਿਉਂਕਿ ਮੈਨੂੰ ਲੱਗਦਾ ਡਾਕਟਰ ਅਵਤਾਰ ਸਿੰਘ ਜੀ ਨੇ ਪਿਛਲੀ ਜਦੋਂ ਗੱਲਬਾਤ ਹੋਈ ਸੀਗੀ ਕਾਨਫਰੰਸ ਬਾਰੇ, ਉਹਦੇ ਵਿੱਚ ਕਿਹਾ ਸੀਗਾ ਕਿ ਸਾਨੂੰ ਪੰਜਾਬੀ ਦੀ ਪੜ੍ਹਾਈ ਦੇ ਚਿੰਤਾ ਕਰਨ ਦੇ ਨਾਲ ਨਾਲ ਚਿੰਤਨ ਕਰਨ ਦੀ ਲੋੜ ਆ। ਅੱਜ ਚਿੰਤਨ ਕਰਨਾ, ਵਿਚਾਰ ਕਰਨਾ ਪੰਜਾਬੀਆਂ ਦੇ ਲਈ ਬਹੁਤ ਜ਼ਰੂਰੀ ਹੈ। ਤੇ ਅਰਮਿੰਦਰ ਸਿੰਘ ਜੀ ਤੇ ਤੇਜਿੰਦਰ ਕੌਰ ਜੀ ਨੇ ਪਰਚੇ ਨੂੰ ਜਿਸ ਤਰ੍ਹਾਂ ਪੇਸ਼ ਕੀਤਾ, ਉਹਨਾਂ ਨੇ ਕਿਹਾ ਕਿ ਪੜ੍ਹਨਾ ਤੇ ਪੜ੍ਹਾਉਣਾ ਇਹ ਹੱਥੋਂ ਹੱਥ ਚੱਲਦੇ ਨੇ। ਪਰ ਇਹਦੇ ਨਾਲ ਨਾਲ ਜਿੱਥੇ ਅਸੀਂ ਅੱਜ ਪ੍ਰਵਾਸੀ ਪੰਜਾਬੀ ਬਰਤਾਨੀਆ ਦੇ ਵਿੱਚ ਬੈਠੇ ਹਾਂ, ਇਹ ਵੀ ਜ਼ਰੂਰੀ ਹੈ ਕਿ ਪੜ੍ਹਨਾ ਪੜ੍ਹਾਉਣਾ ਕਿੱਥੇ ਹੋ ਰਿਹਾ। ਕੀ ਉਹ ਘਰ ਦੇ ਵਿੱਚ ਹੋ ਰਿਹਾ, ਕੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਿਹਾ, ਕੀ ਉਹ ਕਿਸੇ ਸਕੂਲ ਦੇ ਵਿੱਚ ਹੋ ਰਿਹਾ। ਤਾਂ ਉਸ ਪੜ੍ਹਨ ਪੜ੍ਹਾਉਣ ਦੇ ਲਈ ਆਪਾਂ ਇੱਕ ਵਾਤਾਵਰਨ ਕਿਵੇਂ ਤਿਆਰ ਕਰੀਏ ਜੋ ਕਿ ਆਪਾਂ ਨੂੰ ਚੰਗੇ ਨਤੀਜੇ ਦੇ ਸਕੇ। ਤੇ ਜਿੱਥੋਂ ਤੱਕ ਪੜ੍ਹਨ ਦੀ ਗੱਲ ਹੈਗੀ ਆ, ਸਭ ਤੋਂ ਪਹਿਲਾਂ ਆਪਾਂ ਨੂੰ ਸ਼ਾਇਦ ਥੋੜਾ ਜਿਹਾ ਦਿਲ ਨੂੰ ਦੁੱਖ ਲੱਗਦਾ ਹੈ ਜਦੋਂ ਆਪਾਂ ਇਹ ਮੰਨਣ ਤੋਂ ਥੋੜੇ ਜਿਹੇ ਇਨਕਾਰੀ ਹੋ ਜਾਂਦੇ ਆ ਕਿ ਸਾਡੇ ਬੱਚਿਆਂ ਦੀ ਮਾਂ ਬੋਲੀ ਪੰਜਾਬੀ ਸ਼ਾਇਦ ਨਹੀਂ ਹੈ। ਕਿਉਂਕਿ ਮਾਤ ਬੋਲੀ ਨੂੰ, ਜਿਹੜੀ ਧਰਤੀ ਤੇ ਉਹ ਜੰਮੇ ਪਲੇ ਨੇ, ਉਹਨੂੰ ਨਕਾਰਿਆ ਨਹੀਂ ਜਾ ਸਕਦਾ। ਜਦੋਂ ਤੁਸੀਂ ਉਸ ਚੀਜ਼ ਦੇ ਕਨਸੈਪਟ ਦੇ ਵਿੱਚ ਪੰਜਾਬੀ ਨੂੰ ਪੜ੍ਹਾਉਣ ਬਾਰੇ ਜਾਂ ਪੜ੍ਹਨ ਬਾਰੇ ਸੋਚਦੇ ਹੋ, ਤਾਂ ਪੜ੍ਹਨ ਦੇ ਤੌਰ ਤੇ ਬੱਚਿਆਂ ਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਆ ਰਹੀ ਹੈ ਅਰਮਿੰਦਰ ਤੇ ਤੇਜਿੰਦਰ ਕੌਰ ਜੀ ਦੇ ਦੱਸਣ ਮੁਤਾਬਕ, ਕਿ ਪੰਜਾਬੀ ਨੂੰ ਵਿਦੇਸ਼ੀ ਭਾਸ਼ਾ ਵਜੋਂ ਕਿਵੇਂ ਪੜ੍ਹਾਇਆ ਜਾਵੇ। ਜਦੋਂ ਤੱਕ ਅਸੀਂ ਪੰਜਾਬੀ ਨੂੰ ਆਧੁਨਿਕ ਤੇ ਵਿਦੇਸ਼ੀ ਭਾਸ਼ਾ ਦੇ ਤੌਰ ਤੇ ਪੜ੍ਹਾਉਣ ਦੇ ਲਈ ਮਨੋਂ ਤਿਆਰ ਨਹੀਂ ਹੁੰਦੇ, ਦਿਲੋਂ ਤਿਆਰ ਨਹੀਂ ਹੁੰਦੇ, ਉਦੋਂ ਤੱਕ ਨਤੀਜੇ ਲੱਭਣੇ ਥੋੜੇ ਜਿਹੇ ਔਖੇ ਲੱਗਦੇ ਹੈਗੇ ਆ। ਮੈਨੂੰ ਲੱਗਦਾ ਜਿਹੜਾ ਕੰਮਕਾਰ ਹੋਣਾ ਚਾਹੀਦਾ ਉਹ ਉਸ ਪੱਧਰ ਦਾ ਨਹੀਂ ਹੋ ਰਿਹਾ। ਜੇ ਆਪਾਂ ਉਹੀ ਕਹੀਏ ਕਿ ਛਿੰਦਰਪਾਲ ਜੀ ਤੁਹਾਨੂੰ ਪੰਜਾਬੀ ਆਉਂਦੀ ਹੈ, ਕਿ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆ ਕੇ ਪੰਜਾਬੀ ਪੜ੍ਹਾ ਸਕਦੇ ਹੋ, ਆਪਾਂ ਨੂੰ ਥੋੜਾ ਜਿਹਾ ਭਾਸ਼ਾ ਦੇ ਤੌਰ ਤੇ ਪੰਜਾਬੀ ਨੂੰ ਦੇਖਣਾ ਪਊਗਾ ਕਿ ਭਾਸ਼ਾ ਨੂੰ ਪੜ੍ਹਾਉਣਾ ਤੇ ਭਾਸ਼ਾ ਨੂੰ ਜਾਣਨਾ ਬਹੁਤ ਵੱਖਰੀਆਂ ਚੀਜ਼ਾਂ ਨੇ। ਤੇ ਦੂਜੀ ਗੱਲ ਕਿ ਇੱਕ ਛਿੰਦਰਪਾਲ ਜੀ, ਇਹ ਆਪਾਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਕਿ ਜੇ ਕਿਸੇ ਚੀਜ਼ ਨੂੰ ਵੀ ਤੁਸੀਂ ਸਿੱਖਣਾ ਹੋਵੇ ਤਾਂ ਉਹਦੇ ਵਿੱਚ ਸਮੋ ਜਾਓ। ਜੇ ਬੱਚੇ ਨੂੰ ਤੁਸੀਂ ਕੋਈ ਵੀ ਨਵੀਂ ਭਾਸ਼ਾ ਸਿਖਾਉਣੀ ਹੈ ਤਾਂ ਉਹਨੂੰ ਉਸ ਭਾਸ਼ਾ ਦੇ ਵਿੱਚ ਸਮੋ ਦਿਓ, ਇਸ ਤਰ੍ਹਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬੱਚੇ ਨੂੰ ਘੱਟੋ ਘੱਟ ਕਈ ਉਹਦੇ ਹੋਣ ਇਹੋ ਜਿਹੇ ਟੱਚ ਪੁਆਇੰਟ ਕਿ ਜਿੱਥੇ ਉਹ ਆਪਣੇ ਦਾਦੇ ਦਾਦੀ ਨਾਲ ਗੱਲ ਕਰਦਾ ਹੋਵੇ ਘਰ 'ਚ, ਚਾਹੇ ਮਾਂ ਪਿਓ ਨਾਲ ਗੱਲ ਕਰਦਾ ਹੋਵੇ ਪੰਜਾਬੀ ਦੇ ਵਿੱਚ। ਫਿਰ ਜਦੋਂ ਸਕੂਲ ਜਾਂਦਾ ਤਾਂ ਆਪਦੇ ਸਾਥੀਆਂ ਨਾਲ ਪੰਜਾਬੀ ਵਿੱਚ ਗੱਲ ਕਰਨ ਦੇ ਯੋਗ ਹੋਵੇ। ਇਹ ਨਾ ਹੋਵੇ ਕਿ ਪੰਜਾਬੀ ਸਿਰਫ ਸ਼ਨੀ ਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਿੱਖਣ ਵਾਲੀ ਚੀਜ਼ ਬਣ ਜਾਵੇ। ਤੇ ਉਹਦੇ ਨਾਲ ਹੀ ਇੱਕ ਚੀਜ਼ ਸਾਹਮਣੇ ਆਈ ਕਿ ਜਿਹੜੀ ਅੱਜ ਸਾਡੀ ਆਪਾਂ ਕੁਆਲਿਟੀ ਦੀ ਪਹਿਲਾਂ ਹੀ ਗੱਲ ਹੋ ਚੁੱਕੀ ਹੈ ਮੇਰੇ ਸਾਥੀਆਂ ਦੁਆਰਾ, ਕਿ ਜਿਹੜੀ ਉੱਚ ਪੱਧਰ ਦਾ ਸਾਹਿਤ ਤਾਂ ਅਸੀਂ ਸ਼ਾਇਦ ਪੈਦਾ ਕਰ ਰਹੇ ਹਾਂ ਪੰਜਾਬੀ ਦੇ ਵਿੱਚ, ਪਰ ਕੀ ਆਪਾਂ ਸਹੀ ਪੱਧਰ ਦਾ ਸਾਹਿਤ ਪੈਦਾ ਕਰ ਰਹੇ ਹਾਂ? ਅੱਜ ਜਿੱਥੇ ਆਪਾਂ ਖੜੇ ਹੈਗੇ ਆ ਵਿਦੇਸ਼ ਦੇ ਵਿੱਚ, ਬਰਤਾਨੀਆ ਦੀ ਧਰਤੀ ਵਿੱਚ 40 ਸਾਲਾਂ 'ਚ ਬਹੁਤ ਜ਼ਿਆਦਾ ਕੰਮ ਹੋਇਆ ਸਾਹਿਤ ਪੱਖੋਂ। ਜਦੋਂ ਆਪਾਂ ਪਿੱਛੇ ਪੰਜਾਬ ਤੇ ਝਾਤੀ ਮਾਰਦੇ ਹਾਂ ਤਾਂ ਕਿੰਨਾ ਸਾਹਿਤ ਅੱਜ ਪੈਦਾ ਹੋ ਰਿਹਾ। ਸ਼ਾਇਦ ਅੱਜ ਜਿੰਨੀਆਂ ਕਿਤਾਬਾਂ ਛਪ ਰਹੀਆਂ ਪਹਿਲਾਂ ਕਦੇ ਛਪੀਆਂ ਨਾ ਹੋਣ ਪੰਜਾਬੀ ਦੇ, ਪਰ ਕੀ ਬਾਲ ਸਾਹਿਤ ਦੇ ਉੱਤੇ ਅਸੀਂ ਕੰਮ ਕਰ ਸਕੇ ਹਾਂ? ਠੀਕ ਹੈ। ਮੈਂ ਤੁਹਾਨੂੰ ਰੋਕਣਾ ਚਾਹਾਂਗਾ ਕਿ ਸਾਡੇ ਕੋਲ ਸਮਾਂ ਬੜਾ ਫਿਰ ਸੀਮਿਤ ਹੋਣਾ, ਕਰਕੇ ਸਾਡੇ ਕੋਲ ਵਿਸ਼ੇ ਬਹੁਤ ਹੈਗੇ ਆ ਗੱਲ ਕਰਨ ਵਾਸਤੇ। ਮੈਂ ਚਾਹਾਂਗਾ ਕਿ ਆਪਾਂ 1-1.5 ਮਿੰਟ ਦੇ ਵਿੱਚ ਆਪਾਂ ਗੱਲ ਨੂੰ ਜੇ ਟੱਚ ਪੋਇੰਟ ਜਿਹਦਾ ਕਹਿੰਦੇ ਆਪਾਂ ਬਰੁਸ਼ ਦੀਆਂ ਛੋਹਾਂ ਦਈਏ। ਤੇ ਮੈਂ ਹੁਣ ਤੁਹਾਨੂੰ ਖਿਮਾ ਚਾਹਾਂਗਾ। ਬਲਦੇਵ ਜੀ, ਤੁਸੀਂ ਆਪਣਾ ਤਜਰਬਾ ਦੱਸੋ, ਜਿਹੜਾ ਬੱਚਿਆਂ ਨੂੰ ਪੜ੍ਹਾਉਣ ਬਾਰੇ ਜੋ ਅਧਿਆਪਕਾਂ ਦਾ ਜੋ ਯਤਨ ਸੀ ਉਹਦੇ ਵਿੱਚ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ?
ਚੰਦਰਪਾਲ ਜੀ, ਉਹ ਜਿਹੜੇ ਅਧਿਆਪਕਾਂ ਨੇ ਇਹਦੇ ਵਿੱਚ ਹਿੱਸਾ ਲਿਆ ਸੀ, ਉਹ ਜਿਹੜਾ ਸਕੂਲ, ਜਿਸ ਸਕੂਲ ਦੇ ਵਿੱਚ ਇਹ ਕਾਨਫਰੰਸ ਰੱਖੀ ਗਈ ਸੀ, ਉਹਨਾਂ ਵੱਲੋਂ ਕਈ ਪੇਪਰ ਪ੍ਰੈਜ਼ੈਂਟ ਕੀਤੇ ਗਏ ਸੀ। ਉਹ ਬਹੁਤ, ਮੈਂ ਸਮਝਦਾ ਕਿ ਬਹੁਤ ਉੱਚ ਦਰਜੇ ਦੇ ਸੀਗੇ, ਕਿ ਉਹਨਾਂ ਦੇ ਜਿਹੜੇ ਸੀਗੇ ਅਧਿਆਪਕ ਸੀਗੇ, ਉਹਨਾਂ ਦਾ ਇਹਦੇ ਵਿੱਚ ਦਿਲਚਸਪੀ ਬਹੁਤ ਸੀਗੀ ਪੜ੍ਹਾਉਣ ਦੇ ਵਿੱਚ, ਔਰ ਉਹਨਾਂ ਨੇ ਬਹੁਤ ਖੁੱਲੇ ਦਿਲ ਦੇ ਨਾਲ ਆਡੀਅנס ਦੇ ਨਾਲ ਇਹ ਸ਼ੇਅਰ ਕੀਤਾ ਕਿ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਉਹ ਕਿਹੜੀਆਂ ਆ ਰਹੀਆਂ ਹੈਗੀਆਂ। ਔਰ ਇਹ ਵੀ ਗੱਲ ਬਹੁਤ ਉਗੜ ਕੇ ਸਾਹਮਣੇ ਆਈ ਕਿ ਜਿਹੜਾ ਅੱਜ ਕੱਲ ਦਾ ਨਵੇਂ ਤਰੀਕਿਆਂ ਦੇ ਨਾਲ ਕਿਸੇ ਭਾਸ਼ਾ ਨੂੰ ਪੜ੍ਹਾਉਣਾ ਆ, ਉਹਦੇ ਲਈ ਪੰਜਾਬੀ ਜਿਹੜੀ ਹੈਗੀ ਆ ਉਹ ਬਹੁਤ ਪਿੱਛੇ ਹੈਗੀ ਆ, ਕਿਉਂਕਿ ਨਵੇਂ ਤੌਰ ਤਰੀਕੇ ਜਿਹੜੇ ਆ, ਜਿੱਦਾਂ ਕੰਪਿਊਟਰ ਤੇ ਬੇਸ ਤਰੀਕੇ ਹੈਗੇ ਆ, ਕਿ ਉਹ ਪੰਜਾਬੀ ਨੂੰ ਉਪਲਬਧ ਨਹੀਂ ਹੈਗੇ। ਤੇ ਅੱਛਾ, ਕਈਆਂ ਨੇ ਇਹ ਵੀ ਕਿਹਾ ਕਿ ਬਈ ਉਹਨਾਂ ਨੇ ਇੱਕ ਲੇਡੀ ਆਈ ਸੀਗੀ ਸਪੇਨ ਤੋਂ, ਉਹਨਾਂ ਨੇ ਕਿਹਾ ਕਿ ਬਈ ਉਹਨਾਂ ਨੇ ਪੰਜਾਬ ਦੇ ਵਿੱਚ ਨਵੇਂ ਤੌਰ ਤਰੀਕਿਆਂ ਬਾਰੇ ਬਹੁਤ ਜਿਹੜੇ ਸਿੱਖਿਆ ਦੇ ਅਦਾਰੇ ਆ ਉਹਨਾਂ ਦੇ ਨਾਲ ਸੰਪਰਕ ਕੀਤਾ ਸੀ ਕਿ ਵੀ ਸਾਨੂੰ ਤੁਸੀਂ ਬਣੀ ਬਣਾਏ ਇਸ ਤਰ੍ਹਾਂ ਦੇ ਤਰੀਕੇ, ਤੁਸੀਂ ਸਿੱਖਿਆ ਦੇ ਅਦਾਰੇ ਹੈਗੇ ਆ, ਤੁਸੀਂ ਜ਼ਰੂਰ ਇਸ ਤਰ੍ਹਾਂ ਦੀਆਂ ਤੇ ਨਵੇਂ ਮੈਥਡ ਦੇ ਨਾਲ ਪਾਠ ਪੁਸਤਕਾਂ ਜਾਂ ਕੰਪਿਊਟਰ ਸੌਫਟਵੇਅਰ ਵਰਗੇ ਚੀਜ਼ਾਂ ਬਣਾਈਆਂ ਹੋਣਗੀਆਂ। ਤੇ ਲੇਕਿਨ ਉਹ ਕਹਿੰਦੀ ਮੈਨੂੰ ਬਹੁਤ ਨਿਰਾਸ਼ਾ ਹੋਈ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ, ਤੇ ਉਹ ਬਜਾਏ ਇਹਦੇ ਇਹ ਸਾਨੂੰ ਦੇਣ ਦੇ, ਉਹ ਸਾਤੋਂ ਪੁੱਛ ਰਹੇ ਸੀ ਕਿ ਵੀ ਤੁਸੀਂ ਸਾਨੂੰ ਗਾਈਡ ਕਰੋ ਕਿ ਅਸੀਂ ਇਹ ਜਿਹੜਾ ਸੌਫਟਵੇਅਰ ਆ ਕਿਸ ਤਰ੍ਹਾਂ ਦੇ ਬਣਾਈਏ। ਸੋ ਸਭ ਤੋਂ ਵੱਡੀ ਘਾਟ ਜਿਹੜੀ ਆ, ਇਹ ਜੋ ਉਸ ਸਕੂਲ ਦੇ ਅਧਿਆਪਕਾਂ ਨੇ ਵੀ ਇਹ ਕਿਹਾ ਕਿ ਬਈ ਸਭ ਤੋਂ ਵੱਡੀ ਘਾਟ ਆ ਕਿ ਬਈ ਬੱਚਿਆਂ ਦੀ ਦਿਲਚਸਪੀ ਪੈਦਾ ਕਰਨ ਦੇ ਲਈ ਸਾਡੇ ਕੋਲ ਪੰਜਾਬੀ ਪੜ੍ਹਾਉਣ ਦੇ ਨਵੇਂ ਤੌਰ ਤਰੀਕੇ, ਸੌਫਟਵੇਅਰ ਹੋਏ, ਪਾਠ ਪੁਸਤਕਾਂ ਹੋਈਆਂ, ਤਸਵੀਰਾਂ ਵਰਗੀਆਂ ਪਾਠ ਪੁਸਤਕਾਂ, ਉਹਨਾਂ ਦੀ ਬਹੁਤ ਕਮੀ ਹੈਗੀ ਆ, ਜਿਹੜੀ ਕਿ ਉਸ ਕਮੀ ਨੂੰ ਕਿਸ ਤਰ੍ਹਾਂ ਦੂਰ ਕਰਨਾ ਹੈਗਾ, ਇਹ ਵੀ ਇੱਕ ਪੰਜਾਬੀ ਜਗਤ ਦੇ ਸਾਹਮਣੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਹਾਂਜੀ, ਠੀਕ ਹੈ, ਧੰਨਵਾਦ। ਅਵਤਾਰ ਸਿੰਘ, ਤੁਸੀਂ ਇਹਦੇ ਬਾਰੇ ਆਪਣੇ ਦੋ ਸ਼ਬਦ ਕਹਿ ਕੇ ਤੇ ਜਿਹੜਾ ਅਗਲਾ ਪਰਚਾ ਤੁਸੀਂ ਪੜ੍ਹਿਆ ਗਿਆ, ਉੱਥੋਂ ਆਪਣੀ ਗੱਲ ਸ਼ੁਰੂ ਕਰ ਸਕਦੇ ਹਾਂ ਅਵਤਾਰ ਸਿੰਘ ਜੀ। ਗੱਲ ਇਸ ਤਰ੍ਹਾਂ ਹੈਗੀ ਹੈ ਸ਼ਿੰਦਰਪਾਲ ਜੀ, ਭਈ ਉਹਦੇ ਵਿੱਚੋਂ ਬਹੁਤ ਸਾਰੀਆਂ ਵਿਚਾਰਾਂ ਸਾਹਮਣੇ ਆਈਆਂ, ਪਰ ਜਿਹੜੀ ਸਭ ਤੋਂ ਵੱਧ ਗੱਲ ਨਾਲ ਲੈ ਕੇ ਜਾਣ ਵਾਲੀ ਹੈ ਜਾਂ ਗਾਂਹ ਸੋਚਣ ਵਾਲੀ, ਉਹ ਇਹ ਹੈ ਕਿ ਇਹ ਸਿਰਫ ਅਧਿਆਪਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਪੰਜਾਬੀ ਪੜ੍ਹਾਉਣੀ। ਇਹਦੇ ਲਈ ਜੇ ਗੁਰਦੁਆਰਾ ਸਾਹਿਬ 'ਚ ਕਲਾਸਾਂ ਲੱਗਦੀਆਂ ਹੈਗੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਬੱਚਿਆਂ ਦੇ ਮਾਂ-ਬਾਪ, ਦਾਦੇ-ਦਾਦੀ, ਨਾਨੇ-ਨਾਨੀਆਂ ਤੇ ਪੂਰੀ ਸੁਸਾਇਟੀ, ਸਾਡੀ ਪੂਰੀ ਜਿਹੜਾ ਸਮਾਜ ਹੈ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਹੋ ਜਿਹਾ ਮਾਹੌਲ ਬੱਚਿਆਂ ਨੂੰ ਦਈਏ ਤਾਂ ਕਿ ਉਹ ਪੰਜਾਬੀ ਵਿੱਚ ਉਹਨਾਂ ਦੀ ਦਿਲਚਸਪੀ ਪੈਦਾ ਹੋਵੇ ਤੇ ਉਹ ਪੰਜਾਬੀ ਨੂੰ ਪੜ੍ਹ ਕੇ ਤੇ ਪੰਜਾਬੀ ਦੇ ਨਾਲ ਜੁੜੇ ਰਹਿ ਸਕਣ। ਇਹ ਕਾਫੀ ਨਹੀਂ ਹੈ ਕਿ ਉਹ ਕਲਾਸ ਦੇ ਵਿੱਚ ਤੇ ਉਹ ਘੱਗਾ ਘਰ ਪੜ੍ਹ ਕੇ ਘਰ ਆ ਜਾਏ ਤੇ ਘਰ ਆ ਕੇ ਫਿਰ ਉਹਨੂੰ ਉਹੀ ਇੰਗਲਿਸ਼ ਦੇ ਵਿੱਚ ਆਵੇ। ਇੱਥੇ ਜਿਹੜੀ ਸਭ ਤੋਂ ਵੱਧ ਗੱਲ ਸਾਹਮਣੇ ਹਾਈਲਾਈਟ ਹੋ ਕੇ ਆਈ, ਜਿਹੜੀ ਮੈਂ ਮਹਿਸੂਸ ਕੀਤੀ, ਉਹ ਇਹ ਹੈ ਕਿ ਹਰ ਇੱਕ ਨੇ ਆਪਣੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਦੋਂ ਮਹਿਸੂਸ ਕਰਨਾ ਹੈ ਤੇ ਉਹ ਜ਼ਿੰਮੇਵਾਰੀ ਨਿਭਾਉਣੀ ਹੈ, ਤਾਂ ਹੀ ਅਸੀਂ ਅਗਲੀ ਜਿਹੜੀ ਪੀੜ੍ਹੀ ਹੈ ਉਹਨੂੰ ਪੰਜਾਬੀ ਨਾਲ ਜੋੜ ਸਕਾਂਗੇ, ਪੰਜਾਬੀ ਪੜ੍ਹਾ ਸਕਾਂਗੇ, ਪੰਜਾਬੀ ਸੱਭਿਆਚਾਰ ਨਾਲ ਜੋੜ ਸਕਾਂਗੇ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰੱਖ ਸਕਾਂਗੇ। ਇਸ ਕਰਕੇ ਸਾਰਿਆਂ ਨੂੰ ਹੀ ਆਪਣੇ ਆਪਣੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਮੈਂ ਸਮਝਦਾ ਸਭ ਤੋਂ ਵੱਧ ਜਿਹੜਾ ਖਾਸ ਪੁਆਇੰਟ ਇਹ ਚੋਂ ਨਿਕਲ ਕੇ ਆਇਆ ਉਹ ਇਹ ਸੀਗਾ। ਹਾਂਜੀ, ਹਾਂ, ਜਿਹੜਾ ਅਗਲਾ ਪਰਚਾ ਤੁਸੀਂ ਨਾਲ ਦੀ ਨਾਲ ਤਰਤੀਬ ਦੱਸੀ ਆ ਕੰਵਰ ਜੀ ਨੇ, ਉਸ ਪਰਚੇ ਦੇ ਬਾਰੇ ਵੀ ਆਪਾਂ ਗੱਲ ਕਰੀਏ। ਮੇਰੇ ਖਿਆਲ ਪਹਿਲਾ ਪਰਚਾ ਡਾਕਟਰ ਬਲਦੇਵ ਕੰਦੋਲਾ ਜੀ ਦਾ ਸੀਗਾ, ਤੇ ਤੁਸੀਂ ਉਸ ਪਰਚੇ ਬਾਰੇ ਆਪਣੇ ਕੀ ਵਿਚਾਰ ਪੇਸ਼ ਕਰਨੇ ਚਾਹੁੰਦੇ ਆ ਜੀ? ਦੇਖੋ, ਬਹੁਤ ਹਾਈ ਲੈਵਲ ਦੀ ਉਹ ਰਿਸਰਚ ਸੀ, ਕਿਉਂਕਿ ਇਸ ਤੋਂ ਬਾਅਦ ਮੇਰਾ ਪਰਚਾ ਸੀਗਾ ਸਿੰਘ ਸਭਾ ਲਹਿਰ ਕਾਲ ਦੇ ਵਿੱਚ ਪੰਜਾਬੀ ਨੂੰ ਦੇਣ, ਤੇ ਮੈਂ ਜਿਹੜੀਆਂ ਗੱਲਾਂ ਭੂਮਿਕਾ ਦੇ ਵਿੱਚ ਕਰਨੀਆਂ ਸੀਗੀਆਂ ਉਹ ਕੰਦੋਲਾ ਜੀ ਨੇ ਆਪਣੇ ਪੇਪਰ, ਇੱਕ ਤੇ ਉਹ ਬਹੁਤ ਵਿਗਿਆਨਕ ਤੌਰ ਦੇ ਉੱਤੇ ਤਿਆਰ ਕੀਤਾ ਹੋਇਆ ਸੀ, ਬਹੁਤ ਵੱਡੀ ਤਿਆਰੀ ਕੀਤੀ ਇਹਨਾਂ ਨੇ, ਬਹੁਤ ਮਿਹਨਤ ਕੀਤੀ। ਉਹਦੇ ਲਈ ਮੈਂ ਮਤਲਬ ਸੱਚਮੁੱਚ ਹੀ ਇਹਨਾਂ ਦਾ ਅਹਿਸਾਨਮੰਦ ਹੈ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਨਾ। ਫਿਰ ਉਹਦਾ ਜਿਹੜਾ ਪ੍ਰੈਜੈਂਟੇਸ਼ਨ ਦਾ ਤਰੀਕਾ ਸੀ, ਆਮ ਤੌਰ ਤੇ ਪਰਚੇ ਅਸੀਂ ਲੈਕਚਰ ਦੇ ਰੂਪ ਦੇ ਵਿੱਚ ਕਰਦੇ ਹਾਂ ਜਾਂ ਪਾਠ ਪੁਸਤਕ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ। ਸੈਮੀਨਾਰਾਂ ਦੇ ਵਿੱਚ ਜਾਂ ਤਾਂ ਲਿਖਿਆ ਲਿਖਾਇਆ ਪੇਪਰ ਹੁੰਦਾ ਹੈ ਤੇ ਕਾਗਜ਼ ਦੇ ਵਿੱਚ ਨਿਗਾਹ ਗੱਡ ਕੇ ਪੜ੍ਹ ਕੇ ਸੁਣਾ ਦਿੱਤਾ ਜਾਂਦਾ, ਸਾਹਮਣੇ ਬੈਠੇ ਲੋਕਾਂ ਦੀ ਉਹ 'ਚ ਦਿਲਚਸਪੀ ਹੈ ਜਾਂ ਨਹੀਂ ਹੈ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪਰ ਇਹਨਾਂ ਨੇ ਪਾਵਰ ਪੁਆਇੰਟਸ ਰਾਹੀਂ, ਸਲਾਈਡਾਂ ਰਾਹੀਂ ਉਹ ਸਕਰੀਨ ਤੇ ਲਿਆ ਕੇ ਜਿਹੜੀ ਗੱਲ ਦੱਸੀ
ਕਿ ਪੰਜਾਬੀ ਦਾ ਜਿਹੜਾ ਵਿਗਿਆਨਕ ਪੱਖ ਹੈ, ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਪੰਜਾਬੀ ਵਿਗਿਆਨਕ ਭਾਸ਼ਾ ਨਹੀਂ ਹੈ, ਪਰ ਇਹਨਾਂ ਨੇ ਸਾਬਤ ਕੀਤਾ ਕਿ ਜਿਹੜੀਆਂ ਵਿਗਿਆਨਕ ਘੁੰਡੀਆਂ ਦੀ ਜ਼ਰੂਰਤ ਸਾਨੂੰ ਅੱਜ ਪੈਂਦੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 400 ਸਾਲ ਪਹਿਲਾਂ ਹੀ ਖੋਲ੍ਹ ਦਿੱਤੀਆਂ ਗਈਆਂ। ਉਹ ਸਾਰੇ ਸ਼ਬਦ, ਉਹ ਸਾਰੀਆਂ ਲਗਾ ਮਾਤਰਾ, ਉਹਨਾਂ ਨੂੰ ਇਸ ਢੰਗ ਦੇ ਨਾਲ ਵੰਡ ਕੇ ਉਹ ਵਰਣਮਾਲਾ ਤਿਆਰ ਕਰਕੇ ਉਹ ਦਰਜ ਕੀਤੀ ਗਈ ਹੈ। ਇਸ ਕਰਕੇ ਜਿਹੜੀ ਪੰਜਾਬੀ ਬੋਲੀ ਹੈ, ਉਹਦੀ ਜਿਹੜੀ ਲਗਾਤਾਰ ਜਿਹੜੇ ਵਿਕਾਸ ਦੀ ਅਸੀਂ ਗੱਲ ਕਰਦੇ ਹਾਂ, ਵਿਕਾਸ ਸਿਰਫ ਅਡੋਪਸ਼ਨ ਨਹੀਂ ਹੁੰਦੀ। ਵਿਕਾਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਕਿਵੇਂ ਅਡੋਪਟ ਕਰਨੇ ਆ, ਉਹਨਾਂ ਨੂੰ ਆਪਣੇ ਆਪ ਵਿੱਚ ਕਿਵੇਂ ਲੈ ਕੇ ਆਉਣਾ ਨਾ। ਵਿਕਾਸ ਦਾ ਮਤਲਬ ਹੁੰਦਾ ਕਿ ਕੰਟੀਨਿਊ ਡਿਵੈਲਪਮੈਂਟ ਜਿਹੜੀ ਹੈ ਲੈਂਗੁਏਜ ਦੀ, ਉਹ ਆਲਰੇਡੀ ਫਾਰਮੈਟ ਸਾਡੇ ਕੋਲ ਹੈਗਾ ਹੈ, ਤੇ ਉਹਦੀ ਜਿਹੜੀ ਗੱਲ ਇਹਨਾਂ ਨੇ ਵਿਗਿਆਨਕ ਰੂਪ ਦੇ ਵਿੱਚ ਕਰਕੇ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ ਨਾ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਉਦਾਹਰਣ ਸੀ। ਮੈਂ ਸੱਚਮੁੱਚ ਹੀ ਉਹ ਤੋਂ ਬਹੁਤ ਕੁਝ ਸਿੱਖਿਆ, ਤੇ ਮੈਨੂੰ ਇਹ ਵੀ ਪਤਾ ਕਿ ਇਹਨਾਂ ਦਾ ਸਾਰਾ ਪੇਪਰ ਲਿਖਿਆ ਹੋਇਆ ਸੀਗਾ, ਤੇ ਉਹ ਪ੍ਰਬੰਧਕਾਂ ਪਾਸੋਂ ਅਵੇਲੇਬਲ ਵੀ ਹੋਊਗਾ ਜੇ ਕਿਸੇ ਨੇ ਉਹਨੂੰ ਲੈ ਕੇ ਦੁਬਾਰਾ ਵਿਚਾਰਨਾ ਹੋਵੇ ਤਾਂ। ਮੈਂ ਉਹ ਪੇਪਰ ਜਿਹੜਾ ਸੀ ਸੱਚਮੁੱਚ ਹੀ, ਮੈਂ ਸਮਝਦਾ ਕਿ 2 ਦਿਨ ਦੀ ਪੂਰੀ ਕਾਨਫਰੰਸ ਦੇ ਵਿੱਚੋਂ ਜੇ ਸਭ ਤੋਂ ਵੱਧ ਮਿਹਨਤ ਵਾਲਾ ਤੇ ਸਭ ਤੋਂ ਵੱਧ ਕਾਮਯਾਬ ਕੋਈ ਪੇਪਰ ਸੀਗਾ, ਤੇ ਮੈਨੂੰ ਲੱਗਦਾ ਹੈ ਕਿ ਉਹ ਇਹਨਾਂ ਦਾ ਬਲਦੇਵ ਸਿੰਘ ਕੰਦੋਲਾ ਹੋਰਾਂ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੰਬੰਧ ਵਿੱਚ ਸੀਗਾ। ਤੇ ਉਹਦੇ ਲਈ ਹੁਣ ਬੈਠੇ ਨੇ ਪੈਨਲ ਦੇ ਵਿੱਚ, ਮੈਂ ਆਪਣੇ ਤੌਰ ਤੇ ਇਹਨਾਂ ਨੂੰ ਉਸ ਗੱਲ ਲਈ ਵਧਾਈ ਵੀ ਦੇਣੀ ਚਾਹੁੰਦਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਕਮਲ ਜੀ, ਤੁਹਾਡੇ ਵੱਲੋਂ ਕੁਝ ਸੰਖੇਪ ਸ਼ਬਦ ਜੋ ਬਲਦੇਵ ਜੀ ਦਾ ਪਰਚਾ ਸੀ ਪੰਜਾਬੀ ਦੀ ਭਾਸ਼ਿਕ ਸ਼ਬਦਾਵਲੀ ਦਾ ਵਿਕਾਸ, ਉਹਦੇ ਬਾਰੇ ਤੁਸੀਂ ਸੰਖੇਪ ਸ਼ਬਦਾਂ 'ਚ ਕੀ ਕਹਿਣਾ ਚਾਹੁੰਦੇ ਆ? ਡਾਕਟਰ ਸਾਹਿਬ, ਡਾਕਟਰ ਅਵਤਾਰ ਸਿੰਘ ਜੀ ਨੇ ਬੜਾ ਵਧੀਆ ਮੁੱਢ ਬੰਨ੍ਹ ਦਿੱਤਾ ਉਸ ਗੱਲਬਾਤ ਦਾ। ਤੇ ਪਹਿਲੀ ਗੱਲ ਤਾਂ ਡਾਕਟਰ ਕੰਦੋਲਾ ਜੀ ਵਾਕਿਆ ਹੀ ਵਧਾਈ ਦੇ ਹੱਕਦਾਰ ਨੇ, ਕਿਉਂਕਿ ਬਹੁਤ ਹੀ ਸਲਾਹੁਣਯੋਗ, ਮਿਹਨਤ ਭਰਪੂਰ ਪਰਚਾ ਪੜ੍ਹਿਆ ਗਿਆ। ਤੇ ਮੈਨੂੰ ਜਿਹੜਾ ਉਸ ਪਰਚੇ ਦਾ ਸਭ ਤੋਂ ਵਧੀਆ ਪੱਖ ਲੱਗਾ, ਉਹ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਜਦੋਂ ਆਪਾਂ ਨਿਰਾਸ਼ ਹੋ ਜਾਂਦੇ ਹਾਂ ਕਿ ਪੰਜਾਬੀ ਵਿਗਿਆਨ ਦੀ ਭਾਸ਼ਾ ਨਹੀਂ ਹੈ, ਪਰ ਇਹਨਾਂ ਨੇ ਜਿਸ ਢੰਗ ਨਾਲ ਗੁਰਮੁਖੀ ਲਿਪੀ ਦਾ ਢਾਂਚਾ ਤੇ ਨਿਯਮ ਸਾਨੂੰ ਸਮਝਾਏ ਉਸ ਪਰਚੇ ਦੇ ਦੌਰਾਨ, ਉਹ ਵਾਕਿਆ ਹੀ ਸਲਾਹੁਣਯੋਗ ਕੰਮ ਹੈ। ਮੈਨੂੰ ਲੱਗਦਾ ਕਿਸੇ ਵਿਦਵਾਨ ਤੋਂ ਮੈਂ ਅਜੇ ਤੱਕ ਸੁਣੀ ਨਹੀਂ ਇਹੋ ਜਿਹੀ ਗੱਲ ਕਿ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਜਿਹੜੇ ਸਵਤੰਤਰ ਅੱਖਰ ਨੇ, ਜਿਹਨੂੰ ਆਪਾਂ ਵਿਅੰਜਨ ਵੀ ਕਹਿ ਦਿੰਦੇ ਹਾਂ, 35 ਵੀ ਕਹਿ ਦਿੰਦੇ ਹਾਂ, ਜਾਂ ਦੂਜੇ ਪਾਸੇ ਜੇ ਪ੍ਰਤੰਤਰ ਅੱਖਰ ਨੇ ਜਿਹੜੇ ਆਪਾਂ ਲਗਾ ਮਾਤਰਾ ਕਹਿ ਦਿੰਦੇ ਹੈਗੇ ਆ, ਤੇ ਉਹਨਾਂ ਨੂੰ ਲੈ ਕੇ ਇਹਨਾਂ ਨੇ ਜਿਸ ਤਰੀਕੇ ਨਾਲ ਸਮਝਾਇਆ ਕਿ ਜਿਹੜੇ ਵਰਨਾਂ ਨੂੰ ਬੋਲਣ ਦਾ ਸਥਾਨ ਹੈ, ਸਾਡੇ ਜੀਭ ਨਾਲ ਬੋਲੇ ਜਾਂਦੇ ਨੇ, ਤਾਲੂ ਨਾਲ ਬੋਲੇ ਜਾਂਦੇ ਨੇ, ਕੰਠ ਨਾਲ ਬੋਲੇ ਜਾਂਦੇ ਨੇ, ਉਹ ਜਿਵੇਂ ਇਹਨਾਂ ਨੇ ਉਹ 35 ਦੀ ਵੰਡ ਕੀਤੀ ਜਦੋਂ, ਤਾਂ ਅੱਖਾਂ ਗੱਡੀਆਂ ਹੋਈਆਂ ਸੀਗੀਆਂ ਜਿਹੜੀ ਉੱਥੇ ਸੰਗਤ ਸੁਣ ਆਈ ਕਾਨਫਰੰਸ ਨੂੰ, ਕਿ ਕਿਵੇਂ ਜਿਹੜਾ ਕਾ ਵਰਗ ਹੈ ਜਾਂ ਚਾ ਵਰਗ ਹੈ, ਉਹ ਇਹ ਰੈਂਡਮਲੀ ਨਹੀਂ ਕ੍ਰੀਏਟ ਕੀਤੀ ਗਈ ਲਿਪੀ ਹੈ ਜਿਹੜੀ, ਇਹ ਬਹੁਤ ਹੀ ਚੰਗੇ ਢੰਗ ਨਾਲ, ਨਿਯਮਬੱਧ ਢੰਗ ਨਾਲ ਸਾਡੇ ਸਨਮੁਖ ਕੀਤੀ ਗਈ ਹੈ। ਇਹਦੇ ਨਾਲ ਹੀ ਮੈਂ ਇੱਕ ਕਹੂੰਗਾ ਸ਼ਿੰਦਰਪਾਲ ਜੀ, ਜਿਵੇਂ ਮੈਂ ਪਹਿਲਾਂ ਭੂਮਿਕਾ ਦੇ ਵਿੱਚ ਕਿਹਾ ਸੀ ਕਿ ਕੰਦੋਲਾ ਸਾਹਿਬ ਨੇ ਇਸ ਪਰਚੇ ਦੇ ਦੌਰਾਨ ਇੱਕ ਤਰ੍ਹਾਂ ਸਾਨੂੰ ਪੰਜਾਬੀ ਦੇ ਵਿੱਚ ਵਿਗਿਆਨਕ ਸੱਭਿਆਚਾਰ ਪੈਦਾ ਕਰਨ ਲਈ ਇੱਕ, ਮੈਂ ਕਹੂੰਗਾ, ਹੁੱਜ ਮਾਰੀ ਹੈ। ਕਿਉਂਕਿ ਇਹਨਾਂ ਨੇ ਜਦੋਂ ਆਪਣਾ ਸਾਰ ਪੇਸ਼ ਕੀਤਾ ਤਾਂ ਉਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਕਿ ਪੰਜਾਬੀ ਦਾ ਜਿਹੜਾ ਅੱਜ ਆਪਾਂ ਕਹਿ ਦਿੰਦੇ ਹਾਂ ਅਕਾਦਮਿਕ ਤੌਰ ਤੇ ਉੱਤੇ ਪੰਜਾਬੀ ਦੇ ਖਿੱਤੇ ਦੇ ਵਿੱਚ ਬੜੀ ਨਿਰਾਸ਼ਾ, ਤਰਸਯੋਗ ਹਾਲਤ ਹੈ, ਪਰ ਉਹਨੂੰ ਆਪਾਂ ਉਤਸ਼ਾਹ ਦੇ ਵਿੱਚ ਕਿਵੇਂ ਬਦਲੀਏ, ਕਿਵੇਂ ਆਪਾਂ ਨਵੀਨਤਾ ਦਾ, ਸਿਰਜਣਸ਼ੀਲਤਾ ਦਾ, ਮੌਲਿਕਤਾ ਦਾ, ਜਿਹੜੀਆਂ ਉਹ ਆਪਾਂ ਕਲਪਨਾ ਕਰਦੇ ਹਾਂ, ਉਹਨਾਂ ਭਾਵਨਾਵਾਂ ਨੂੰ ਆਪਾਂ ਜਿਹੜੀਆਂ ਗਾਇਬ ਹੋ ਰਹੀਆਂ ਨੇ, ਉਹਨਾਂ ਨੂੰ ਆਪਾਂ ਦੁਬਾਰਾ ਕਿਵੇਂ ਲਿਆਈਏ ਕਿ ਪੰਜਾਬੀ ਇੱਕ ਨਵੀਂ ਭਾਸ਼ਾ ਦੇ ਤੌਰ ਤੇ ਆਪਣੇ ਸਾਹਮਣੇ ਆਵੇ। ਤੇ ਇਹਨਾਂ ਨੇ ਇੱਕ ਗਦਰ ਲਹਿਰ ਦੀ ਬਹੁਤ ਵਧੀਆ ਉਦਾਹਰਨ ਦਿੱਤੀ ਕਿ ਜਿਵੇਂ ਪ੍ਰਵਾਸੀ ਪੰਜਾਬੀਆਂ ਨੇ ਆਜ਼ਾਦੀ ਦੇ ਲਈ ਹਿੰਮਤ ਮਾਰੀ, ਕਿਉਂ ਨਾ ਅੱਜ ਆਪਾਂ ਸਾਰੇ ਜਿਹੜੇ ਪ੍ਰਵਾਸੀ ਪੰਜਾਬੀ ਬਾਹਰ ਬੈਠੇ ਹੈਗੇ ਆ, ਕਿਉਂ ਨਾ ਆਪਾਂ ਨਵੀਂ ਵਿਚਾਰਧਾਰਾ ਲੈ ਕੇ ਪੰਜਾਬ ਜਾਈਏ ਤੇ ਸਰਗਰਮ ਹੋਈਏ, ਤੇ ਆਪਾਂ ਇੱਕ ਜਿਹੜੀ ਹੀਨ ਮਾਨਸਿਕਤਾ ਪੈਦਾ ਹੋ ਚੱਲੀ ਹੈ ਕਿ ਪੰਜਾਬੀ ਵਾਲੇ ਤਾਂ ਗਵਾਰ ਨੇ ਜਾਂ ਪੰਜਾਬੀ ਗਵਾਰਾਂ ਦੀ ਭਾਸ਼ਾ ਹੈ, ਆਪਾਂ ਕਿਉਂ ਨਾ ਖੁਦ ਉਦਾਹਰਨਾਂ ਬਣ ਕੇ ਪੰਜਾਬ ਜਾਈਏ, ਜਿਹੜੇ ਆਪਾਂ ਪੰਜਾਬੀ ਮਾਧਿਅਮਾਂ ਦੇ ਵਿੱਚ ਸਿੱਖਿਆ ਹਾਸਲ ਕੀਤੀ ਹੈ, ਤੇ ਪ੍ਰਵਾਸੀ ਪੰਜਾਬੀਆਂ ਨੇ ਕਿੱਡੇ ਕਿੱਡੇ ਮਾਰ ਕੇ ਮਾਰੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ। ਇਹ ਆਪਾਂ ਨੂੰ ਪੰਜਾਬੀਆਂ ਨੂੰ ਇੱਕ ਮਸ਼ਾਲ ਜਗਾ ਕੇ ਵਾਪਸ ਜਾ ਕੇ ਨਵੀਂ ਵਿਚਾਰਧਾਰਾ ਪੈਦਾ ਕਰਨ ਦੀ ਲੋੜ। ਸ਼ਿੰਦਰਪਾਲ ਜੀ। ਧੰਨਵਾਦ ਜੀ। ਬਲਦੇਵ ਜੀ, ਤੁਸੀਂ 1 ਮਿੰਟ ਦੇ ਵਿੱਚ
ਕੀ ਕਹਿਣਾ ਚਾਹੁੰਦੇ ਆ ਕਿ ਇਸ ਜਿਹੜੇ ਪਰਚੇ ਤੋਂ ਜਿਹੜੀ ਅਗਲੀ ਜਿਹੜੀ ਸਾਡਾ ਕਦਮ ਹੈ ਉਹ ਕੀ ਹੋਣਾ ਚਾਹੀਦਾ ਹੈਗਾ, ਕਿਹੋ ਜਿਹਾ ਹੋਰ ਯਤਨ ਹੋਣੇ ਚਾਹੀਦੇ? 1 ਮਿੰਟ ਦੇ ਵਿੱਚ ਗੱਲ ਨੂੰ ਸੰਖੇਪ ਸਮੇਟਿਓ, ਕਿਉਂਕਿ ਸਾਡੇ ਕੋਲ ਵਿਸ਼ੇ ਹੋਰ ਨੇ, ਉਹਨਾਂ ਤੇ ਵੀ ਆਪਾਂ ਗੱਲ ਕਰਨੀ ਹੈ। ਬਲਦੇਵ ਜੀ। ਅ, ਹਾਂਜੀ ਬਿਲਕੁਲ ਜੀ, ਮੈਂ ਆਪਣੇ ਦੂਜੇ ਸਾਥੀਆਂ ਦਾ ਬਹੁਤ 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 ਧੰਨਵਾਦ ਕਰਦਾ ਕਿ ਉਹਨਾਂ ਨੂੰ ਮੇਰੇ ਜਿਹੜਾ ਪਰਚਾ ਹੈ ਉਹ ਚੰਗਾ ਲੱਗਾ, ਤੇ ਉਹਦੇ ਤੇ ਦੇਖੋ ਆਪਾਂ ਬਾਕੀ ਸਾਥੀਆਂ ਦੇ ਨਾਲ ਆਪਸ ਵਿੱਚ ਹੀ ਵੀ ਗੱਲਾਂ ਕਰਦੇ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਬਹੁਤ ਕੁਝ ਕਰਨ ਵਾਲਾ ਪਿਆ ਹੈਗਾ, ਤੇ ਇਹ ਜਿਹੜੀ ਆ ਟੈਕਨੀਕਲ ਸ਼ਬਦਾਵਲੀ ਜਿਹੜੀ ਬਣਾਉਣੀ ਹੈਗੀ ਆ, ਇਹਦੇ ਤੇ ਹੀ ਕਈ ਦਹਾਕਿਆਂ ਦਾ ਕੰਮ ਹੈਗਾ ਜਿਹੜਾ ਕਿ ਉਹ ਰਲ ਮਿਲ ਕੇ ਹੀ ਕੀਤਾ ਜਾ ਸਕਦਾ। ਸੋ ਮੈਂ ਇਸੇ ਹੀ ਲਿਹਾਜ਼ ਤੋਂ ਜਿੱਦਾਂ ਆਪਣੀ ਜਿਹੜੀ ਆ ਸਾਰ ਦੇ ਵਿੱਚ ਵੀ ਕਿਹਾ ਸੀਗਾ ਕਿ ਇੱਕ ਕਿਸਮ ਦੀ ਗਦਰ ਲਹਿਰ ਸ਼ੁਰੂ ਕਰ ਦੇਣੀ ਚਾਹੀਦੀ ਆ ਪ੍ਰਵਾਸੀ ਪੰਜਾਬੀਆਂ ਨੂੰ ਲੀਡ ਕਰਕੇ, ਤਾਂ ਕਿ ਉੱਥੇ ਦੇ ਪੰਜਾਬ ਦੇ ਜਿਹੜੇ ਵਿਦਿਅਕ ਅਦਾਰੇ ਆ, ਆਮ ਲੋਕ, ਉਹਨਾਂ ਨੂੰ ਜਗਾਇਆ ਜਾ ਸਕੇ ਕਿ ਬਈ ਉੱਠੋ ਤੇ ਕੁਝ ਕਰੋ ਤੇ ਆਪਣੇ ਆਪ ਨੂੰ ਜਿਹੜੀ ਮਾਨਸਿਕਤਾ ਦੀ ਗੁਲਾਮੀ ਆ ਉਹਦੇ ਤੋਂ ਰਿਹਾ ਕਰੋ। ਔਰ ਉਹ ਜਿਹੜੀ ਰਿਹਾਈ ਆ ਸਿਰਫ ਤੇ ਸਿਰਫ ਜੇਕਰ ਕੰਮ ਕਰਦੇ ਆ ਤੇ ਉਹਦੇ ਨਾਲ ਹੀ ਹੋ ਸਕਦੀ ਆ, ਤੇ ਸਾਡਾ ਆਪਣਾ ਕੰਮ ਜਾਰੀ ਰਹੇਗਾ ਤੇ ਆਪਾਂ ਉੱਥੇ ਜਿਹੜੇ ਸਹਿਯੋਗੀ ਹੈਗੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਲੱਭਦੇ ਰਵਾਂਗੇ। ਬਹੁਤ ਕੁਝ ਕਰਨ ਵਾਲਾ ਹੈਗਾ, ਮੈਨੂੰ ਬੜੀ ਉਮੀਦ ਹੈਗੀ ਆ ਕਿ ਆਪਾਂ ਇਹ ਕੰਮ ਜ਼ਰੂਰ ਕਰ ਪਾਵਾਂਗੇ। ਹਾਂਜੀ, ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਅਵਤਾਰ ਸਿੰਘ ਜੀ ਨੇ ਮੈਂਸ਼ਨ ਕੀਤਾ ਸੀ ਡਾਕਟਰ ਜੀ ਨੇ ਕਿ ਪਿਉਂਦ ਕਰਨੀ ਜਾਂ ਨਕਲ ਚੇਪੀ ਕਰਨ ਦੇ ਨਾਲ ਗੱਲ ਨਹੀਂ ਬਣਨੀ, ਤੁਹਾਡੇ ਵਿਚਾਰਾਂ ਵਿੱਚ ਮੌਲਿਕਤਾ, ਇਮੈਜੀਨੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਕਿਹਾ ਕਿ ਗਦਰ ਲਹਿਰ ਤਿਆਰ ਕਰਨ ਦੀ ਲੋੜ ਹੈ, ਇਹਦੇ ਵਿੱਚ ਇਕਸੁਰਤਾ ਅਤੇ ਸੋਚ ਦਾ ਪੱਧਰ ਜਿਹੜਾ ਆਪਾਂ ਨੂੰ ਕਾਫੀ ਉੱਚਾ ਕਰਨਾ ਪਵੇਗਾ। ਅਗਲੇ ਅਸੀਂ ਪਰਚੇ ਵੱਲ ਵਧਾਂਗੇ। ਕਮਰ ਬਰਾੜ ਜੀ, ਮੈਂ ਤੁਹਾਤੋਂ ਸ਼ੁਰੂ ਕਰਾਂਗਾ। ਜੋ ਡਾਕਟਰ ਅਵਤਾਰ ਸਿੰਘ ਜੀ ਦਾ ਪਰਚਾ ਸੀ, ਸਿੰਘ ਸਭਾ ਕਾਲ ਪੰਜਾਬੀ ਭਾਸ਼ਾ ਦੇ ਸੰਦਰਭ ਦੇ ਵਿੱਚ, ਤੁਸੀਂ ਗੱਲ ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਆ ਡਾਕਟਰ ਕਮਰ ਬਰਾੜ ਜੀ? ਬਹੁਤ ਹੀ ਵਿਦਵਤਾ ਭਰਪੂਰ ਪਰਚਾ ਸੀਗਾ ਜੀ। ਫਿਰ ਤੋਂ ਕਿ ਜਿਵੇਂ ਜਦੋਂ ਸਿੱਖ ਰਾਜ ਖਤਮ ਹੁੰਦਾ ਉਸ ਤੋਂ ਬਾਅਦ ਨਿਰਾਸ਼ਾ ਪੈਦਾ ਹੁੰਦੀ ਹੈ, ਪੰਜਾਬੀ ਇੱਕ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਹੀ ਰੁਲ ਖੁਲ ਕੇ ਰਹਿ ਜਾਂਦੀ ਆ। ਉਹਨੂੰ ਫਿਰ ਸਮੇਟਣਾ, ਉਹਨੂੰ ਇਕੱਠੇ ਕਰਨਾ, ਉਹਨਾਂ ਵਿਚਾਰਾਂ ਨੂੰ ਇੱਕ ਵਾਰੀ ਫਿਰ ਪੰਜਾਬੀ ਦੀ ਧਿਰ ਖੜੀ ਹੋਣੀ, ਜਿਹੜਾ 40 ਸਾਲ ਦਾ ਸਮਾਂ ਜੋ ਸਿੰਘ ਸਭਾ ਕਾਲ ਦਾ ਡਾਕਟਰ ਅਵਤਾਰ ਸਿੰਘ ਜੀ ਨੇ ਬੜੇ ਹੀ ਵਿਸਤਾਰ ਦੇ ਵਿੱਚ ਕੱਲੀ ਕੱਲੀ ਗੱਲ ਦੱਸ ਕੇ ਸਾਨੂੰ ਸਮਝਾਇਆ ਕਿ ਕਿਉਂ ਉਸ ਜਿਹੜਾ ਕਾਲ ਆ ਉਹਨੂੰ ਸਿਰਫ ਲਹਿਰ ਦੇ ਤੌਰ ਤੇ ਨਾ ਮੰਨਿਆ ਜਾਵੇ। ਇੱਕ ਇਹ ਨਾ ਹੋਵੇ ਕਿ ਹਵਾ ਦਾ ਬੁੱਲਾ ਆਇਆ ਤੇ ਚਲਾ ਗਿਆ। ਉਹ ਇੱਕ ਇਹੋ ਜਿਹੀ ਬੁਨਿਆਦ ਬੱਝੀ ਪੰਜਾਬੀ ਦੀ, ਜਿਹੜੀ ਆਪਾਂ ਅੱਜ ਵੀ ਆਪਾਂ ਜਦੋਂ ਨਵੇਂ ਕੋਈ ਪੱਤਰਕਾਰੀ ਦੇ ਵਿੱਚ, ਚਾਹੇ ਆਪਣੇ ਕੋਈ ਕੋਸ਼ ਦੇ ਵਿੱਚ ਕੰਮ ਹੋ ਰਹੇ ਨੇ, ਚਾਹੇ ਸਾਹਿਤ ਦੇ ਪੱਖੋਂ ਕੰਮ ਹੋ ਰਹੇ ਨੇ, ਉਹ ਜਿਹੜੀ ਬੁਨਿਆਦ ਉਸ ਸਮੇਂ ਦੇ ਵਿੱਚ ਬੰਨੀ ਗਈ, ਉਹਨਾਂ ਸ਼ਖਸੀਅਤਾਂ ਤੇ ਸਾਨੂੰ ਹਮੇਸ਼ਾ ਮਾਣ ਰਹੂਗਾ। ਚਾਹੇ ਅੱਜ ਆਪਾਂ ਪੰਜਾਬੀ ਨੂੰ ਤਕਨੀਕੀ ਪੱਖ ਤੋਂ ਵਿਕਾਸ ਦੀ ਗੱਲ ਕਰਦੇ ਹਾਂ, ਪਰ ਜਿਹੜਾ ਕੰਮ ਉਸ ਸਮੇਂ ਦੌਰਾਨ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਹੋਇਆ, ਮੈਨੂੰ ਲੱਗਦਾ ਉਹ ਉਸ ਤੋਂ ਬਾਅਦ ਕਦੇ ਵੀ ਨਹੀਂ ਉਸ ਪੱਧਰ ਦੇ ਉੱਤੇ ਹੋ ਸਕਿਆ। ਬਾਕੀ ਮੈਨੂੰ ਲੱਗਦਾ ਡਾਕਟਰ ਕੰਦੋਲਾ ਸਾਹਿਬ ਇਸ ਤੋਂ ਜ਼ਿਆਦਾ ਵਿਸਤਾਰ ਦੇ ਵਿੱਚ ਦੱਸ ਸਕਦੇ ਨੇ ਕਿ ਇਹਨਾਂ ਦੇ ਕੀ ਵਿਚਾਰ। ਉਸ ਤੋਂ ਪਹਿਲਾਂ ਮੈਂ ਡਾਕਟਰ ਅਵਤਾਰ ਜੀ ਵੱਲ ਜਾਣਾ ਚਾਹਾਂਗਾ। ਅਵਤਾਰ ਜੀ, ਤੁਸੀਂ ਸਾਨੂੰ ਦੱਸੋ ਕਿ ਤੁਹਾਨੂੰ ਇਹ ਪਰਚਾ ਲਿਖਣ ਦੇ ਵਿੱਚ ਕਿੰਨੀ ਕੁ ਮਿਹਨਤ ਕਰਨੀ ਪਈ, ਕਿੰਨੇ ਕੁ ਤੁਹਾਨੂੰ ਸਰੋਤ ਦੇਖਣੇ ਪਏ, ਤੇ ਉਸ ਸਮਿਆਂ ਤੇ ਇਸ ਸਮੇਂ ਦੇ ਵਿੱਚ ਤੁਸੀਂ ਪੰਜਾਬੀ ਭਾਸ਼ਾ ਵਾਸਤੇ ਜੋ ਵੀ ਸਰਗਰਮੀਆਂ ਹੋ ਰਹੀਆਂ ਨੇ, ਯਤਨ ਹੋ ਰਹੇ ਨੇ, ਤੁਸੀਂ ਉਹਨਾਂ ਵਿੱਚ ਕੀ ਫਰਕ ਮਹਿਸੂਸ ਕਰਦੇ ਆ? ਬੜਾ ਖਾਸ ਅਹਿਮ ਸੀਗਾ ਇਹ ਸਬਜੈਕਟ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਮੈਨੂੰ ਇਹਦੇ ਸੰਬੰਧ ਵਿੱਚ ਸਮਾਨ ਨਹੀਂ ਮਿਲਿਆ ਜਾਂ ਰਿਸੋਰਸਿਸ ਨਹੀਂ ਅਵੇਲੇਬਲ। ਸੋਰਸਿਸ ਅਵੇਲੇਬਲ ਆ, ਪਰ ਉਹ ਮਿਹਨਤ ਕਰਕੇ ਲੱਭਣੇ ਪੈਂਦੇ ਆ। ਜਦੋਂ ਪੰਜਾਬੀ, ਖਾਸ ਕਰਕੇ ਲਿਪੀ, ਜਿਹਨੂੰ ਅਸੀਂ ਗੁਰਮੁਖੀ ਲਿਪੀ ਕਹਿੰਦੇ ਜਾਂ ਪੰਜਾਬੀ ਲਿਪੀ ਕਹਿੰਦੇ ਆ, ਉਹ ਬਿਲਕੁਲ ਰਾਜਨੀਤਿਕ ਤਾਕਤਾਂ ਵੱਲੋਂ ਤੇ ਦੂਸਰੀਆਂ ਸ਼ਕਤੀਆਂ ਵੱਲੋਂ ਖਤਮ ਕਰ ਦਿੱਤੀ ਸੀ। ਸਿੰਘ ਸਭਾ ਲਹਿਰ ਨੇ ਦੁਬਾਰਾ ਉਹਨੂੰ ਜਿਵੇਂ ਉਜਾਗਰ ਕੀਤਾ ਹੈ। ਉਹ ਜਿਹੜਾ ਸਮਾਂ ਮੈਂ ਗੱਲ ਕਰਦਾ ਤਕਰੀਬਨ 1875 ਤੋਂ ਲੈ ਕੇ 1925 ਤੱਕ ਦਾ 50 ਸਾਲ ਦਾ, ਉਹ ਇੱਕ ਇਨਕਲਾਬੀ ਸਮਾਂ ਸੀ ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ। ਉਦੋਂ ਜੋ ਸਾਨੂੰ ਇੱਕ ਦੇ ਦਿੱਤਾ ਗਿਆ ਹੈ, ਕਮਰ ਸਾਹਿਬ ਦੇ ਟੇਬਲ ਦੇ ਉੱਤੇ ਪਿਆ ਸੀਗਾ ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ ਦਾ ਲਿਖਿਆ ਹੋਇਆ, ਤੇ ਇਹ ਮਹਾਨ ਕੋਸ਼, ਉਹਦਾ ਬਦਲ ਅਸੀਂ ਅੱਜ ਤੱਕ ਨਹੀਂ ਪੈਦਾ ਕਰ ਸਕੇ। ਇਹ ਉਸੇ ਕਾਲ ਦੀ ਦੇਣ ਹੈ। ਉਹਦੇ ਵਿੱਚ ਹੋਰ ਬਹੁਤ ਕੁਝ ਲਿਖਿਆ ਗਿਆ। ਦੁਆਰਾ ਲੋਕਾਂ ਨੂੰ ਪੰਜਾਬੀ ਲਿਪੀ ਨਾਲ, ਪੰਜਾਬੀ ਭਾਸ਼ਾ ਦੇ ਨਾਲ ਜੋੜਨ ਦਾ ਜਿਹੜਾ ਇੱਕ ਇਨਕਲਾਬੀ ਪ੍ਰੋਗਰਾਮ ਹੈ, ਉਹ ਇਸ ਸਮੇਂ ਵਿੱਚ ਦਿੱਤਾ ਗਿਆ। ਤੇ ਬਹੁਤ ਵੱਡੇ ਵੱਡੇ ਵਿਦਵਾਨ ਨੇ ਜਿਹੜੇ, ਉਹਨਾਂ ਨੇ
ਬਹੁਤ ਮਿਹਨਤ ਕਰਕੇ ਪੰਜਾਬੀ ਨੂੰ ਦੁਬਾਰਾ ਸਾਡੇ ਸਾਹਮਣੇ ਲੈ ਕੇ ਆਂਦਾ। ਅੱਜ ਜੇ ਪੰਜਾਬੀ ਸਾਨੂੰ ਦਿਖਾਈ ਦਿੰਦੀ ਹੈ ਤੇ ਉਹ ਪੰਜਾਬੀ, ਮੈਨੂੰ ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂਗਾ, ਇਹ ਪੇਪਰ ਲਿਖਦਿਆਂ ਜੋ ਮੇਰੇ ਸਾਹਮਣੇ ਮੈਨੂੰ ਰੈਫਰੈਂਸਿਸ ਦੇਖਣੇ ਪਏ, ਵੀ ਜੇ ਕਿਤੇ ਉਹਨਾਂ ਨੇ ਇੰਨੀ ਮਿਹਨਤ ਨਾ ਕੀਤੀ ਹੁੰਦੀ ਤੇ ਸਾਡੀ ਪੰਜਾਬੀ ਦਾ ਇਹ ਰੂਪ ਜਿਹੜਾ ਅੱਜ ਹੈਗਾ ਸਾਡੇ ਸਾਹਮਣੇ ਨਹੀਂ ਰਹਿਣਾ ਸੀਗਾ। ਤੇ ਉਹ ਸੌਖਾ ਨਹੀਂ ਕਰ ਸਕੇ, ਉਹਨਾਂ ਨੂੰ ਬੜੀਆਂ ਕੀਮਤਾਂ ਦੇਣੀਆਂ ਪਈਆਂ ਇਹਦੇ ਲਈ। ਤੇ ਉਹਨਾਂ ਦੀ ਜਿਹੜੀ ਦੇਣ ਹੈ, ਉਹਨਾਂ ਨੂੰ ਕਦੇ ਵੀ ਛੋਟੀ ਕਰਕੇ ਨਹੀਂ ਵੇਖਿਆ ਜਾ ਸਕਦਾ। ਉਹ ਇੱਕ ਤਬਦੀਲੀ ਦਾ ਸਮਾਂ ਸੀ। ਉਦੋਂ ਅਸੀਂ ਹੋਰ ਥੱਲੇ ਵੀ ਜਾ ਸਕਦੇ ਸੀ, ਪਰ ਉਹਨਾਂ ਦੀ ਦੂਰਦ੍ਰਿਸ਼ਟੀ ਸੀ ਇਹ, ਜਾਂ ਉਹਨਾਂ ਦੀ ਮਿਹਨਤ ਸੀ, ਜਾਂ ਗੁਰੂ ਦੀ ਮਿਹਰ ਸੀ ਉਹਨਾਂ ਉੱਤੇ, ਕਿ ਉਹਨਾਂ ਨੂੰ, ਲੋਕਾਂ ਨੂੰ, ਟੁੱਟਿਆਂ ਹੋਇਆਂ ਨੂੰ ਦੁਬਾਰਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੇ ਲਈ ਪੰਜਾਬੀ ਲਿਪੀ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਾਸਤੇ ਪੂਰਾ ਜ਼ੋਰ ਲਾਇਆ। ਤੇ ਇਹ ਨਹੀਂ ਹੈ ਕਿ ਉਹ ਜਿਹੜੇ ਰੈਫਰੈਂਸਿਸ ਹੈਗੇ ਨੇ ਉਸ ਸਮੇਂ ਦੇ ਮਿਲਦੇ ਨਹੀਂ, ਮਿਲਦੇ ਹੈ, ਪਰ ਸਾਡਾ ਧਿਆਨ ਬਹੁਤ ਘੱਟ ਜਾਂਦਾ ਉਹਨਾਂ ਗੱਲਾਂ ਵੱਲ। ਅਸੀਂ ਕੁਝ ਮੌਕੇ ਦੇ ਮੁਤਾਬਕ ਹੀ ਉੱਥੋਂ ਕੀ ਗੱਲ ਕਰਦੇ ਹਾਂ। ਇਹ ਬੜਾ ਅਹਿਮ ਵਿਸ਼ਾ ਸੀਗਾ, ਇਹ ਮੈਨੂੰ ਦਿੱਤਾ ਗਿਆ। ਇਹਦੇ ਲਈ ਬੜਾ ਕੋਸ਼ਿਸ਼ ਕੀਤੀ ਕਿ ਕੋਈ ਬੰਦਾ ਲੱਭਣ ਵਾਸਤੇ। ਅਖੀਰ ਤੇ ਮੈਨੂੰ ਆਪ ਹੀ ਇਹ ਜਿਹੜਾ ਸੀਗਾ ਇਹ ਕਰਨਾ ਪਿਆ, ਤੇ ਮੈਂ ਉਹਦਾ ਫਾਇਦਾ ਇਹ ਹੋਇਆ ਕਿ ਉਹ ਕਰਦਿਆਂ ਮੈਨੂੰ ਇਹਦੇ ਵਿੱਚੋਂ ਬੜਾ ਲਾਭ ਹੋਇਆ, ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ। ਤੇ ਇਹਦੇ ਲਈ ਇਸੇ ਮੂਵਮੈਂਟ ਨੂੰ ਅੱਗੇ ਤੋਰਨ ਲਈ ਬਹੁਤ ਕੁਝ ਅਜੇ ਹੋਰ ਕਰਨ ਦੀ ਜ਼ਰੂਰਤ ਹੈ। ਹਾਂਜੀ, ਬਹੁਤ ਵਧੀਆ। ਜਿਵੇਂ ਕਿ ਕੰਵਰ ਜੀ ਨੇ ਪਹਿਲਾਂ ਜ਼ਿਕਰ ਕੀਤਾ ਕਿ ਪੜ੍ਹਨਾ ਤੇ ਪੜ੍ਹਾਉਣਾ ਇਹ ਆਪਸ ਵਿੱਚ ਇਕੱਠੇ ਹੀ ਇੱਕ ਸੰਗ ਤੁਰਦੇ ਆ। ਤੇ ਬਲਦੇਵ ਜੀ, ਤੁਸੀਂ ਡਾਕਟਰ ਅਵਤਾਰ ਸਿੰਘ ਜੀ ਦੇ ਪਰਚੇ ਬਾਰੇ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਵੀ ਪੰਜਾਬੀ ਜਿਹੜਾ ਸਾਹਿਤ ਹੈ, ਪੰਜਾਬੀ ਦਾ ਜਿਹੜਾ ਸਾਹਿਤ ਹੈ, ਉਹਦਾ ਕਾਫੀ ਤੁਸੀਂ ਅਧਿਐਨ ਕਰਦੇ ਰਹੇ ਹੋ। ਤੁਸੀਂ ਥੋੜੇ ਸ਼ਬਦਾਂ 'ਚ ਕੀ ਕਹਿਣਾ ਚਾਹੁੰਦੇ ਆ? ਦੇਖੋ ਚੰਦਰਪਾਲ ਜੀ, ਇਹ ਆਪਣੇ ਡਾਕਟਰ ਅਵਤਾਰ ਜੀ ਨੇ ਜੋ ਅਧਿਐਨ ਕੀਤਾ ਹੈਗਾ, ਮੈਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਬਹੁਤ ਸਮੋਏ ਹੋਏ ਆ ਪੰਜਾਬੀ ਭਾਸ਼ਾ ਦੇ, ਪੰਜਾਬ ਦੇ ਇਤਿਹਾਸ ਦੇ ਵਿੱਚ। ਮੈਂ ਤਾਂ ਇਹਨਾਂ ਚੀਜ਼ਾਂ ਨੂੰ ਸਿਰਫ ਇੱਕ ਇੰਜੀਨੀਅਰਿੰਗ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਸੀਗਾ, ਤੇ ਜਿਹੜਾ ਮੈਂ ਪ੍ਰੈਜ਼ੈਂਟ ਵੀ ਕੀਤਾ ਹੈਗਾ। ਇਹਨਾਂ ਦੇ ਪਰਚੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੀ ਹੈਗਾ ਕਿ ਜੇਕਰ ਉਹ ਲੋਕ ਜਿਹੜੇ ਸਾਡੇ ਤੋਂ ਪਹਿਲਾਂ ਗੁਜ਼ਰੇ ਹੈਗੇ ਆ, ਉਹ ਪੰਜਾਬੀ ਦੇ ਲਈ ਸੰਘਰਸ਼ ਨਾ ਕਰਦੇ, ਜਿੱਦਾਂ ਉਹਨਾਂ ਨੇ ਮਹਾਨ ਕੋਸ਼ ਦੀ ਗੱਲ ਕੀਤੀ ਹੈਗੀ ਆ, ਹੋਰ ਜੋ ਉਹਨਾਂ ਵੇਲਿਆਂ ਦੇ ਵਿੱਚ ਪੰਜਾਬੀ ਦੇ ਅਖਬਾਰ ਚਲਾਏ ਗਏ, ਜੇਕਰ ਉਹ ਨਾ ਚਲਾਉਂਦੇ, ਜੇਕਰ ਉਹ ਇਹ ਕੰਮ ਨਾ ਕਰਦੇ, ਤੇ ਇਹ ਬਿਲਕੁਲ ਠੀਕ ਹੈਗਾ ਕਿ ਪੰਜਾਬੀ ਜਿਹੜੀ ਆ ਇਸ ਵੇਲੇ ਜੋ ਸਾਡੇ ਸਾਹਮਣੇ ਹੈਗੇ ਆ, ਇਹ ਕਦੇ ਨਾ ਉੱਥੇ ਆਉਂਦੀ। ਔਰ ਇਸ ਕਾਨਫਰੰਸ ਦੇ ਵਿੱਚ ਵੀ ਕਿਹਾ ਸੀ, ਆਮ ਲੋਕਾਂ ਦੇ ਵਿੱਚ ਵੀ ਮੈਨੂੰ ਸੁਣਨ ਨੂੰ ਮਿਲਦਾ ਹੈਗਾ, ਉਹ ਇਹ ਕਹਿੰਦੇ ਜੀ ਪੰਜਾਬ ਦੀ ਜਿਹੜੀ ਵੰਡ ਹੋਈ ਆ, ਉਹ ਸਦਮਾ ਤਾਂ ਜ਼ਰੂਰ ਸੀਗਾ, ਜਿੰਨੀਆਂ ਮੌਤਾਂ ਹੋਈਆਂ, ਜਿੰਨਾ ਖੂਨ ਵਹਿਆ ਹੈਗਾ ਪੰਜਾਬ ਦੇ ਵਿੱਚ, ਉਹ ਇੱਕ ਬਹੁਤ ਮਹਾ ਸਦਮਾ ਸੀਗਾ। ਲੇਕਿਨ ਕਿਉਂਕਿ ਮੈਜੋਰਟੀ ਰੂਲ ਦੇ ਥੱਲੇ ਉਹੀ ਚੀਜ਼ ਮਨਜ਼ੂਰ ਹੁੰਦੀ ਆ ਜਿਹੜੀ ਕਿ ਲੋਕ ਵੋਟਾਂ ਪਾ ਕੇ, ਭਾਵੇਂ ਉਹ ਲੀਡਰ ਚੰਗੇ ਹੋਣ ਜਾਂ ਕੋਈ ਭਾਸ਼ਾ ਚੰਗੀ ਹੋਵੇ ਜਾਂ ਕੁਝ ਕਰਨਾ ਹੋਵੇ, ਤੇ ਜਦੋਂ ਉਹ ਕੰਮ ਕਰਦੇ ਹੈਗੇ, ਤਾਂ ਮੇਰਾ ਨਹੀਂ ਖਿਆਲ ਹੈਗਾ ਕਿ ਜੇਕਰ ਜਿਹੜਾ ਪੰਜਾਬ ਆ ਉਸੇ ਤਰ੍ਹਾਂ ਦਾ ਹੀ ਰਹਿੰਦਾ। ਤੁਹਾਨੂੰ ਪਤਾ ਇੱਥੇ 3 ਕੌਮਾਂ ਰਹਿੰਦੀਆਂ ਸੀਗੀਆਂ, ਹਿੰਦੂ, ਸਿੱਖ ਤੇ ਮੁਸਲਮਾਨ। ਇਹਦੇ ਵਿੱਚੋਂ ਮੁਸਲਮਾਨਾਂ ਦੀ ਬਹੁਤ ਜ਼ਿਆਦਾ ਮੈਜੋਰਿਟੀ ਸੀ। ਭਾਵੇਂ ਉਹਨਾਂ ਨੇ ਹੁਣ ਦੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਇਹ ਰੀਅਲਾਈਜ਼ ਕਰ ਲਿਆ ਹੈਗਾ ਕਿ ਅਸੀਂ ਆਪਣੀ ਭਾਸ਼ਾ ਦੇ ਨਾਲ ਬਹੁਤ ਬੇਇਨਸਾਫੀ ਕੀਤੀ ਆ, ਲੇਕਿਨ ਜੇਕਰ ਉਹੀ ਪੰਜਾਬ ਰਹਿੰਦਾ, ਤੇ ਮੇਰਾ ਨਹੀਂ ਖਿਆਲ ਹੈਗਾ ਕਿ ਪੰਜਾਬੀ ਨੂੰ ਸਾਹ ਵੀ ਆਉਂਦਾ ਜੋ ਪੰਜਾਬੀ ਦੀ ਗੱਲ ਅਸੀਂ ਅੱਜ ਕਰਦੇ ਹੈਗੇ ਆ। ਸੋ ਮੇਰਾ ਖਿਆਲ ਹੈ ਕਿ ਵੀ ਆਪਣਾ ਸੰਘਰਸ਼ ਜਿਹੜਾ ਜਾਰੀ ਰਹਿਣਾ ਚਾਹੀਦਾ, ਤੇ ਆਪਾਂ ਨੂੰ ਹਜੇ ਪੰਜਾਬੀ ਭਾਸ਼ਾ ਦੇ ਲਈ ਬਹੁਤ ਕੁਝ ਕਰਨ ਦੀ ਲੋੜ ਹੈਗੀ ਆ। ਹਾਂਜੀ, ਠੀਕ ਹੈ। ਸੋ ਭੈਣ ਦਰਸ਼ਕੋ, ਜਿਵੇਂ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ, ਜੋ ਹੁਣੇ ਬਰਤਾਨੀਆ ਦੇ ਸ਼ਹਿਰ ਲੈਸਟਰ ਦੇ ਵਿੱਚ, ਜੇ ਕਹਿ ਦਈਏ ਦਿਲ ਦੇ ਵਿਚਕਾਰ ਹੈ ਬਰਤਾਨੀਆ, ਉੱਥੇ ਕਾਨਫਰੰਸ ਹੋ ਕੇ ਹਟੀ ਆ, ਉਹਦੀ ਅਸੀਂ ਗੱਲਬਾਤ ਕਰ ਰਹੇ ਹਾਂ। ਕਿਹੜੇ ਪਰਚੇ ਪੜ੍ਹੇ ਗਏ, ਕਿਹੜੇ ਵਿਸ਼ੇ ਵਿਚਾਰੇ ਗਏ। ਪ੍ਰੋਗਰਾਮ ਬੜਾ ਵਿਸਤਾਰ ਸਹਿਤ ਹੈ। ਮੈਂ ਆਪਣੇ ਮਹਿਮਾਨਾਂ ਨੂੰ ਬੇਨਤੀ ਕਰਾਂਗਾ ਕਿ ਸਮੇਂ ਦਾ ਥੋੜਾ ਖਿਆਲ ਰੱਖਿਆ ਜਾਵੇ, ਤਾਂ ਕਿ ਜਿਹੜੇ ਸਾਰੇ ਵਿਸ਼ੇ ਆ ਅਸੀਂ ਉਸ ਨੂੰ ਇਸ ਗੱਲ ਅੱਜ ਦੇ ਪ੍ਰੋਗਰਾਮ ਵਿੱਚ ਸਮੇਟ ਸਕੀਏ। ਤੇ ਸੋ ਇਹ ਜਿਹੜਾ ਅਵਤਾਰ ਸਿੰਘ ਦਾ ਪਰਚਾ ਸੀ, ਉਹ ਪਹਿਲੇ ਦਿਨ ਦਾ ਸੀਗਾ, ਤੇ 30 ਜੁਲਾਈ ਨੂੰ ਜਿਹੜਾ ਪਰਚਾ ਪੜ੍ਹਿਆ ਗਿਆ ਸ਼ੁਰੂਆਤ ਦੇ ਵਿੱਚ ਬਲਵਿੰਦਰ ਚਾਹਲ ਜੀ ਵੱਲੋਂ, ਉਹ ਪਰਚਾ ਸੀ ਬਰਤਾਨਵੀ ਪੰਜਾਬੀ ਸਾਹਿਤ ਇੱਕ ਸਰਵੇਖਣ। ਤੇ ਕੰਵਰ ਜੀ, ਤੁਸੀਂ ਆਪਣੀ ਗੱਲ ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਆ? ਕੰਵਰ ਜੀ, ਸੰਖੇਪ ਰੱਖਣਾ ਆਪਣੇ ਸ਼ਬਦਾਂ ਨੂੰ। ਜੀ ਸ਼ਿੰਦਰਪਾਲ ਜੀ, ਜਿਵੇਂ ਤੁਸੀਂ ਸਾਹਿਤ ਦੇ ਨਾਲ ਬਹੁਤ ਹੀ ਨੇੜੇ ਤੋਂ ਜੁੜੇ ਹੋ, ਮੈਂ ਇੱਕੋ ਗੱਲ ਹੀ ਕਹਾਂਗਾ। ਮੈਨੂੰ ਜੋ ਪਰਚੇ ਦੇ ਵਿੱਚ ਲੱਭੀ, ਬਲਵਿੰਦਰ ਸਿੰਘ ਚਾਹਲ ਜੀ ਨੇ ਜੋ ਪਰਚਾ ਪੜ੍ਹਿਆ, ਕਿ ਸਾਨੂੰ ਮਾਣ ਹੋਣਾ ਚਾਹੀਦਾ ਬਰਤਾਨੀਆ ਦੇ ਵਿੱਚ ਕਿ ਸਾਡੇ ਕੋਲ
ਇਹੋ ਜਿਹੇ ਸਾਹਿਤਕਾਰ ਪੈਦਾ ਹੋਏ ਨੇ ਪਿਛਲੇ 4-5 ਦਹਾਕਿਆਂ 'ਚ, ਜਿਨ੍ਹਾਂ ਨੇ ਹਰ ਵਿਧਾ ਦੇ ਵਿੱਚ ਇੱਕ ਤਰ੍ਹਾਂ ਚੋਟੀ ਛੋਹੀ ਹੈ, ਸਿਖਰ ਛੋਹਿਆ। ਆਪਣੇ ਕੋਲੇ ਚੰਗੇ ਨਾਵਲਕਾਰ ਵੀ ਨੇ, ਰਣਜੀਤ ਧੀਰ ਜੀ ਹੋਣ, ਜਾਂ ਜੋ ਆਪਣੇ ਹਰਜੀਤ ਅਟਵਾਲ ਜੀ ਹੋਣ, ਮਹਿੰਦਰਪਾਲ ਸਿੰਘ ਧਾਲੀਵਾਲ, ਮੈਂ ਨਾਵਾਂ 'ਚ ਨਹੀਂ ਜਾਣਾ ਚਾਹੁੰਦਾ, ਪਰ ਆਪਣੇ ਕੋਲ ਬਹੁਤ ਵਧੀਆ ਨਾਵਲਕਾਰ ਹੋਏ ਨੇ, ਆਪਣੇ ਕੋਲ ਬਹੁਤ ਵਧੀਆ ਗਜ਼ਲ ਗੋ ਹੋਏ ਨੇ, ਆਪਣੇ ਕੋਲ ਬਹੁਤ ਵਧੀਆ ਕਵਿਤਾ ਲਿਖਣ ਵਾਲੇ ਕਵੀ ਹੋਏ ਨੇ, ਆਪਣੇ ਕੋਲ ਬਹੁਤ ਵਧੀਆ ਵਾਰਤਕ ਲਿਖਣ ਵਾਲੇ ਲੋਕ ਨੇ। ਤੇ ਇਸ ਚੀਜ਼ ਤੇ ਆਪਾਂ ਨੂੰ ਹਮੇਸ਼ਾ ਮਾਣ ਹੋਣਾ ਚਾਹੀਦਾ। ਜਿਹੜਾ ਪ੍ਰਵਾਸੀ ਸਾਹਿਤ ਦਾ ਜਦੋਂ ਵੀ ਜ਼ਿਕਰ ਹੁੰਦਾ ਤੇ ਹੋਵੇਗਾ, ਬਰਤਾਨੀਆ ਉਹਦੇ ਵਿੱਚ ਹਮੇਸ਼ਾ ਅੱਗੇ ਹੋਵੇਗਾ, ਕਿਉਂਕਿ ਚਾਹਲ ਸਾਹਿਬ ਨੇ ਆਪਣੀ ਗੱਲ ਇਸੇ ਤਰੀਕੇ ਨਾਲ ਪੂਰੀ ਕੀਤੀ ਕਿ ਪੰਜਾਬੀ ਸਾਹਿਤ ਨੂੰ ਲੈ ਕੇ ਬਰਤਾਨੀਆ ਦੇ ਵਿੱਚ ਸਾਨੂੰ ਕੋਈ ਬਹੁਤੇ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੇ ਅੱਜ ਵਿਦਿਆਰਥੀ ਆ ਰਹੇ ਨੇ ਪੰਜਾਬ ਤੋਂ, ਉਹ ਆਪਣੇ ਜਦੋਂ ਕੰਮਾਂ ਕਾਰਾਂ ਤੋਂ ਮੁਕਤ ਹੋਣਗੇ, ਜਿਹੜੇ ਆਪਾਂ ਸਾਰੇ ਚੱਲਦੇ ਹੈਗੇ ਆ ਪ੍ਰਵਾਸੀ ਪੰਜਾਬੀ ਹੋਣ ਦੇ ਨਾਤੇ, ਉਹ ਪੰਜਾਬੀ ਸਾਹਿਤ ਵਿੱਚ ਬਹੁਤ ਮੱਲਾਂ ਮਾਰਨ ਦੇ ਯੋਗ ਨੇ। ਜੋ ਅੱਜ ਟੈਲੈਂਟ ਸਾਹਮਣੇ ਆ ਰਿਹਾ, ਉਹ ਬਹੁਤ ਹੀ ਸਲਾਹੁਣਯੋਗ ਹੈ। ਆਪਣੇ ਕੋਲੇ ਨਵੇਂ ਜ਼ਮਾਨੇ ਦੇ ਜੋ ਗਜ਼ਲ ਗੋ ਨੇ, ਜਿਵੇਂ ਰਜਿੰਦਰਜੀਤ ਆ, ਅਮਨ ਹੈ, ਜਾਂ ਅਜ਼ੀਮ ਸ਼ੇਖਰ ਨੇ, ਇਹ ਹਮੇਸ਼ਾ ਸਾਨੂੰ ਮਾਰਗਦਰਸ਼ਕ ਬਣ ਕੇ ਅੱਗੇ ਆਉਣਗੇ ਪੰਜਾਬੀ ਸਾਹਿਤ ਦੇ ਪੱਖੋਂ। ਤੇ ਮੈਂ ਦੂਜੇ ਸਾਥੀਆਂ ਨੂੰ ਸਮਾਂ ਦੇਣਾ ਚਾਹਾਂਗਾ। ਹਾਂ ਜੀ, ਬਹੁਤ ਬਹੁਤ ਧੰਨਵਾਦ। ਮੇਰੇ ਖਿਆਲ ਦੇ ਵਿੱਚ ਆਪਾਂ ਜੇ ਦੇਖਿਆ ਜਾਵੇ, ਅਵਤਾਰ ਜੀ ਸਿੰਘ ਜੀ ਨੇ ਪਹਿਲੇ ਪ੍ਰਬੰਧ ਵਿੱਚ ਕਿਹਾ ਸੀ ਕਿ ਬਰਤਾਨੀਆ ਨੂੰ ਮਾਣ ਹੈ ਕਿ ਇਹ ਦੂਜਾ ਮੁਲਕ ਹੈ ਦੁਨੀਆ ਦਾ, ਜੇ ਕਹਿ ਦਈਏ, ਜਿੱਥੇ ਪੰਜਾਬੀ ਦੀ ਜ਼ਿਆਦਾ ਗੱਲ ਹੋ ਰਹੀ ਹੈ। ਤੇ 1980 ਵਿੱਚ ਜਿਹੜੀ ਕਾਨਫਰੰਸ ਹੋਈ ਹੈ, ਉਹਦਾ ਵੀ ਆਪਾਂ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਤੁਸੀਂ ਕੁਛ ਲੇਖਕਾਂ ਦੀ ਗੱਲ ਕੀਤੀ, ਆਪਾਂ ਰਘਵੀਰ ਢੰਡ ਜੀ ਨੂੰ ਯਾਦ ਕਰਦੇ ਆ, ਤਰਸੇਮ ਨੀਲਗਿਰੀ ਜੀ ਯਾਦ ਕਰਦੇ ਆ, ਨਿਰੰਜਨ ਨੂਰ ਜੀ ਨੂੰ ਯਾਦ ਕਰਦੇ ਆ, ਹੋਰ ਬਹੁਤ ਸਾਰੇ, ਸ਼ਿਵਚਰਨ ਗਿੱਲ ਜੀ ਨੇ, ਬਹੁਤ ਸਾਰੇ ਨਾਮ ਨੇ। ਇਹ ਸਮਾਂ ਸਾਡੇ ਕੋਲ ਥੋੜਾ ਹੈ। ਤੇ ਅਗਲਾ ਜਿਹੜਾ ਪਰਚਾ ਪੜ੍ਹਿਆ ਗਿਆ ਸੀ, ਉਹ ਲਹਿੰਦੇ ਪੰਜਾਬ ਤੋਂ ਡਾਕਟਰ ਆਸਮਾ ਕਾਦਰੀ ਜੀ ਨੇ ਬਹੁਤ ਹੀ ਮਿਹਨਤ ਕਰਕੇ ਇਹ ਦੱਸਿਆ ਗਿਆ ਹੈ ਕਿ ਸੁਣਿਆ ਹੈ ਕਿ ਉਹਨਾਂ ਦਾ ਪ੍ਰੋਗਰਾਮ ਬਹੁਤ ਹੀ ਲੋਕਾਂ ਨੇ ਸਰਾਹਿਆ ਗਿਆ। ਤੇ ਮੈਂ ਡਾਕਟਰ ਅਵਤਾਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਜੋ ਉਹਨਾਂ ਨੇ ਜਪਜੀ ਸਾਹਿਬ ਦੀ ਪੰਜਾਬੀ ਸਾਹਿਤਕ ਪੱਖ ਤੋਂ ਆਪਣਾ ਪਰਚਾ ਪੇਸ਼ ਕੀਤਾ, ਖੋਜ ਪੱਤਰ ਪੇਸ਼ ਕੀਤਾ, ਉਹਦੇ ਬਾਰੇ ਅਵਤਾਰ ਸਿੰਘ ਜੀ ਮੈਂ ਤੁਹਾਡੇ ਵਿਚਾਰ ਪਹਿਲਾਂ ਜਾਣਨਾ ਚਾਹਾਂਗਾ। ਇਸ ਸਮੇਂ ਦਾ ਧਿਆਨ ਰੱਖਿਆ ਜਾਵੇ ਜੀ। ਧੰਨਵਾਦ। ਦਰਅਸਲ ਉਹਨਾਂ ਦਾ ਸਿਰਫ ਆਸਮਾ ਕਾਦਰੀ ਦਾ ਹੀ ਪੇਪਰ ਨਹੀਂ ਸੀਗਾ ਸਿੰਦਰਪਾਲ ਜੀ, ਉਹਦੇ ਵਿੱਚ 3 ਵਿਦਵਾਨ ਸਨ। ਪਹਿਲਾਂ ਉਹਨਾਂ ਨੇ ਪੰਜਾਬੀ ਬੋਲੀ ਦੀ ਗੱਲ ਕੀਤੀ, ਬੀਬੀ ਨੇ। ਇੱਕ ਨੌਜਵਾਨ ਜਿਹੜਾ ਆਰਟਸ ਕਾਲਜ ਦੇ ਵਿੱਚ ਪੜ੍ਹਾਉਂਦਾ ਹੈ ਲਾਹੌਰ ਦੇ ਵਿੱਚ, ਉਹਨੇ ਇੱਕ ਆਰਟ ਕਲਾ ਵਜੋਂ ਸੋਲੋ ਪੇਸ਼ ਕੀਤਾ, ਉਹ ਵੀ ਪੰਜਾਬੀ ਭਾਸ਼ਾ ਨਾਲ ਹੀ ਸੰਬੰਧਿਤ ਸੀਗਾ। ਔਰ ਉਸੇ ਲੜੀ ਵਿੱਚ ਜਿਹੜਾ ਤੀਸਰਾ ਸੈਕਸ਼ਨ ਸੀਗਾ, ਉਹ ਡਾਕਟਰ ਕਾਦਰੀ ਦਾ ਪੇਪਰ ਸੀਗਾ ਜਪਜੀ ਸਾਹਿਬ ਦੇ ਸੰਬੰਧ ਵਿੱਚ। ਉਹਨਾਂ ਨੇ ਜਪਜੀ ਸਾਹਿਬ ਦੇ ਸੰਬੰਧ ਵਿੱਚ ਜਿਹੜੀ ਗੱਲ ਕੀਤੀ, ਕਿਉਂਕਿ ਉਹ ਇੱਕ ਬਹੁਤ ਚੰਗੇ ਸੁਲਝੇ ਹੋਏ ਜਾਗੇ ਹੋਏ ਇਨਸਾਨ ਦੇ ਮੁਰੀਦ ਨੇ, ਇਹ ਤਿੰਨੋਂ ਹੀ ਲਾਹੌਰ ਦੇ ਵਿੱਚ। ਸੈਯਦ ਕਾਦਰੀ ਹੋਰਾਂ ਜਿਹੜੇ ਨੇ, ਮੈਨੂੰ ਉਹਨਾਂ ਦਾ ਪੂਰਾ ਨਾਮ ਭੁੱਲ ਗਿਆ, ਤੇ ਉਹਨਾਂ ਦੀ ਸੰਗਤ ਵਿੱਚ ਜੋ ਕੁਝ ਉਹਨਾਂ ਨੇ ਸਿੱਖਿਆ, ਉਹਦੇ ਮੁਤਾਬਕ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਤਿੰਨਾਂ ਨੇ ਇੱਕ ਲੜੀ ਦੇ ਵਿੱਚ ਉਹ ਜਿਹੜਾ ਪ੍ਰੋਗਰਾਮ ਹੈ। ਤੇ ਮੈਂ ਇਸ ਕੋਲੋਂ ਵਡਭਾਗਾ ਕਿ ਉਹ ਸੈਸ਼ਨ ਦੀ ਪ੍ਰਧਾਨਗੀ ਵੀ ਮੇਰੇ ਜਿੰਮੇ ਆਈ, ਮੇਰੇ ਹਿੱਸੇ ਆਈ, ਤੇ ਮੈਂ ਉਹਨਾਂ ਦੇ ਦਰਮਿਆਨ ਨਹੀਂ ਆਇਆ ਸੀ। ਮੈਂ ਪਹਿਲੇ ਉਹਨਾਂ ਤਿੰਨਾਂ ਨੂੰ ਇੱਕ ਵਾਰੀ ਜਾਣ ਪਛਾਣ ਉਹਨਾਂ ਦੀ ਕਰਵਾ ਕੇ ਬੈਠ ਗਿਆ ਸੀਗਾ, ਤੇ ਅਖੀਰ ਤੇ ਹੀ ਆ ਕੇ ਮੈਂ ਮਤਲਬ ਉਹਨਾਂ ਤੇ ਕਮੈਂਟ ਕੀਤਾ ਸੀਗਾ। ਤੇ ਮੇਰਾ ਇੱਕ ਹੀ ਕਮੈਂਟ ਸੀਗਾ ਕਿ ਇਹ ਪੂਰੇ ਦਾ ਪੂਰਾ ਜਿਹੜਾ ਸੈਸ਼ਨ ਹੈ, ਅੱਜ ਪੰਜਾਬੀ ਭਾਸ਼ਾ ਦੀ ਇਬਾਦਤ ਹੋ ਗਿਆ, ਇਹਦਾ ਸਤਸੰਗ ਹੋ ਗਿਆ ਅੱਜ, ਤੇ ਇਸ ਤੋਂ ਬਾਅਦ ਹੋਰ ਕਿਹਾ ਨਹੀਂ ਜਾ ਸਕਦਾ। ਬਹੁਤ ਵਧੀਆ ਆਪਣੇ ਤੌਰ ਤੇ ਡਾਕਟਰ ਕਾਦਰੀ ਵੈਸੇ ਬਹੁਤ ਅੱਛਾ ਬੋਲਦੇ ਨੇ, ਬਹੁਤ ਵਾਰੀ ਬਹੁਤ ਸਾਰੇ ਲੈਕਚਰਾਂ ਦੇ ਲੋਕਾਂ ਨੇ ਸੁਣਿਆ। ਉਹ ਆਪਣੇ ਆਪ ਦੇ ਇੱਕ ਮੀਲ ਪੱਥਰ ਸੀ। ਉਹਦੇ ਨਾਲ ਹੀ ਬਹੁਤੀ ਗੱਲ ਇਹ ਸੀ ਕਿ ਪਾਕਿਸਤਾਨੀ ਪੰਜਾਬ ਦੇ ਵਿੱਚੋਂ ਇਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਪਣੀ ਬਹੁਤ ਵਧੀਆ ਜਿਹੜੀ ਹਾਜ਼ਰੀ ਹੈ ਉਹ ਲਗਵਾਈ। ਸਾਰੇ ਸਾਡੇ ਦਰਸ਼ਕਾਂ ਨੇ, ਅਸੀਂ ਸਾਰਿਆਂ ਨੇ ਉਹਨੂੰ ਸਾਰਿਆਂ ਨੂੰ ਬਹੁਤ ਪਸੰਦ ਕੀਤਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਕਿਉਂਕਿ ਸਾਡੇ ਕੋਲ ਸਮਾਂ ਬਹੁਤ ਥੋੜਾ, ਮੈਂ ਬਾਕੀ ਮਹਿਮਾਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਅਗਲਾ ਜਿਹੜਾ ਪਰਚਾ ਹੈਗਾ, ਉਹਦੇ ਉੱਤੇ ਵੀ ਆਪਾਂ ਗੱਲ ਕਰਨੀ ਹੈ। ਜੋ ਤੁਸੀਂ ਗੱਲ ਕੀਤੀ ਆ ਨੁਜ਼ਰਤ ਅਬਾਸ ਜੀ ਦੀ, ਉਹਨਾਂ ਨੇ ਜੋ ਨਾਟਕ ਕਲਾ ਦੇ ਰਾਹੀਂ ਪੰਜਾਬੀ ਦੀ ਗੱਲ ਕੀਤੀ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀ। ਵੀਰ ਜੀ, ਤੁਸੀਂ 1 ਮਿੰਟ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਮੈਨੂੰ ਕੀ ਨਾਟਕ ਮੈਂ ਐਕਚੁਅਲੀ ਉਹਦੇ ਵਿੱਚ ਆਪਣੇ ਡਾਕਟਰ ਅਵਤਾਰ ਜੀ ਨੇ ਉਹਦੀ ਪ੍ਰਧਾਨਗੀ ਕੀਤੀ ਸੀ, ਤਾਂ ਬਾਅਦ ਦੇ ਵਿੱਚ ਮੈਂ ਇਹਨਾਂ ਨੂੰ ਵੀ ਇਹ ਵੀ ਕਿਹਾ ਸੀਗਾ, ਮੈਂ ਕਿਹਾ ਕਿ ਤੁਸੀਂ ਤਾਂ ਬਹੁਤ ਹੀ ਖੁਸ਼ਕਿਸਮਤ ਹੈਗੇ ਆ ਕਿ ਇਸ ਸੈਸ਼ਨ ਦੀ ਪ੍ਰਧਾਨਗੀ ਕਰਨ ਦੇ ਲਈ ਤੁਹਾਨੂੰ ਮੌਕਾ ਮਿਲਿਆ। ਦੇਖੋ, ਇਹਨਾਂ ਦੀ ਜਾਣਕਾਰੀ ਜਿਹੜੀ ਆ ਸਿੱਖੀ ਬਾਰੇ
ਜਪਜੀ ਸਾਹਿਬ ਬਾਰੇ ਸਾਡੇ ਨਾਲੋਂ ਕਿਤੇ ਜ਼ਿਆਦਾ ਹੈਗੀ ਆ। ਔਰ ਉੱਥੇ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ, ਖਾਸ ਕਰ ਜਦੋਂ ਕਿ ਉਹ ਜਿਹੜਾ ਪਰਚਾ ਆ ਉਹ ਬਾਰਡਰ ਦੇ ਦੂਸਰੇ ਪਾਸਿਓਂ ਜਿਹੜੇ ਮਹਿਮਾਨ ਆਏ ਸੀ ਉਹਨਾਂ ਵੱਲੋਂ ਪ੍ਰੈਜ਼ੈਂਟ ਕੀਤਾ ਗਿਆ ਸੀ ਕਿ ਉਹਨਾਂ ਦਾ ਇਹਦੇ ਬਾਰੇ ਗਿਆਨ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਬਈ ਪਾਕਿਸਤਾਨ ਦੇ ਜਿਹੜੇ ਪੰਜਾਬੀ ਆ ਹੁਣ ਉਹ ਰੀਅਲਾਈਜ਼ ਕਰ ਰਹੇ ਹੈਗੇ ਕਿ ਬਈ ਉਹਨਾਂ ਨੇ ਕੀ ਕੁਝ ਖੋਇਆ ਹੈਗਾ ਪੰਜਾਬੀ ਨੂੰ ਨਾ ਅਪਣਾ ਕੇ, ਤੇ ਉਹ ਹੁਣ ਵਾਪਸ ਆ ਰਿਹਾ ਹੈਗਾ। ਔਰ ਇਸ ਸੈਸ਼ਨ ਦੀ ਜਿਹੜੀ ਪ੍ਰੈਜ਼ੈਂਟੇਸ਼ਨ ਸੀ, ਇਸ ਦਾ ਮਟੀਰੀਅਲ ਸੀਗਾ, ਉਹਦੇ ਤੋਂ ਬਹੁਤ ਕੁਝ ਸਿੱਖਣ ਦੇ ਲਈ ਬਹੁਤ ਕੁਝ ਸੀਗਾ, ਜਿਹੜਾ ਕਿ ਖਾਸ ਕਰ ਮੈਂ ਜ਼ਰੂਰ ਸਿੱਖਿਆ ਹੈਗਾ ਕਿ ਅਗਲੀਆਂ ਕਾਨਫਰੰਸਾਂ ਦੇ ਵਿੱਚ ਵੀ ਮੈਂ ਸਮਝਦਾ ਕਿ ਬਈ ਉਸ ਪੰਜਾਬ ਤੋਂ ਮਹਿਮਾਨ ਜ਼ਰੂਰ ਬੁਲਾਉਣੇ ਚਾਹੀਦੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਉਧਰਲੇ ਪਾਸੇ ਕੀ ਹੋ ਰਿਹਾ ਹੈਗਾ। ਹਾਂਜੀ, ਠੀਕ ਹੈ ਜੀ। ਹੁਣ ਸਾਥੀਓ ਸਾਡੇ ਕੋਲ ਮਿੰਟ 8 ਨੇ। ਇੱਕ ਬਹੁਤ ਇਹਦੇ ਵਿੱਚ ਨਾ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਬੰਦੋਲਾ ਜੀ ਕਿ ਉਸ ਪੰਜਾਬ ਦੇ ਬਹੁਤ ਸਾਰੇ ਵਿਦਵਾਨ ਇਸ ਦੇਸ਼ ਦੇ ਵਿੱਚ ਵੀ ਹੈਗੇ ਨੇ, ਉਹਨਾਂ ਦੇ ਨਾਲ ਵੀ ਤਾਲਮੇਲ ਪੈਦਾ ਕਰਨ ਦੀ ਲੋੜ ਹੈ। ਜ਼ਰੂਰੀ ਨਹੀਂ ਕਿ ਅਸੀਂ ਵਿਦਵਾਨਾਂ ਨੂੰ ਪਾਕਿਸਤਾਨ ਚੋਂ ਜਾਂ ਆਪਣੇ ਭਾਰਤ ਪੰਜਾਬ ਚੋਂ ਹੀ ਬੁਲਾਉਣਾ ਹੈ। ਇਸ ਦੇਸ਼ ਦੇ ਵਿੱਚ ਜਿਹੜੇ ਉਸ ਪਾਸੇ ਦੇ ਆਏ ਹੋਏ ਵਿਦਵਾਨ ਨੇ ਪੰਜਾਬੀ ਦੇ, ਉਹਨਾਂ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਤੇ ਉਹ ਕਰਨਾ ਚਾਹੀਦਾ ਸਾਨੂੰ। ਹਾਂਜੀ ਅਵਤਾਰ ਸਿੰਘ ਜੀ, ਮੈਂ ਇਹਦੇ ਨਾਲ ਹੀ ਤੁਹਾਡੇ ਵੱਲ ਆਵਾਂਗਾ। ਜੋ ਡਾਕਟਰ ਪ੍ਰਗਟ ਸਿੰਘ ਜੀ ਤੇ ਜਸਵੀਰ ਸਿੰਘ ਜੀ ਦਾ ਪਰਚਾ ਸੀ, ਉਹ ਸੀ ਖੋਜ ਵਿਧੀਆਂ, ਭਾਸ਼ਾ ਤੇ ਰਾਜਨੀਤੀ ਵਿਚਕਾਰ ਸੰਬੰਧ ਅਤੇ ਪੰਜਾਬੀ ਭਾਸ਼ਾ ਦੀ ਖੋਜ। ਕਿਉਂਕਿ ਜਿਹੜਾ ਖੋਜ ਪੱਖ ਹੈ ਜਾਂ ਖੋਜ ਕਾਰਜ ਹੈ, ਆਮ ਤੌਰ ਤੇ ਦੇਖਿਆ ਗਿਆ ਹੈ ਸਾਹਿਤਕ ਸੰਮੇਲਨ ਦੇ ਵਿੱਚ ਜਾਂ ਕਾਨਫਰੰਸਾਂ ਦੇ ਵਿੱਚ, ਜਿਹੜਾ ਖੋਜ ਕਾਰਜ ਹੈ ਉਹ ਜਿਹੜਾ ਪੱਖ ਹੈ ਬੜਾ ਛੁਪਿਆ ਰਹਿ ਜਾਂਦਾ ਹੈ। ਤੁਸੀਂ ਇਸ ਪਰਚੇ ਬਾਰੇ ਤੇ ਖੋਜ ਕਾਰਜ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦਰਅਸਲ ਉਹਨਾਂ ਨੇ ਖੋਜ ਦੀ ਵਿਧੀ ਦੀ ਗੱਲ ਕੀਤੀ ਸੀ ਕਿ ਕੀ ਕਾਰਨ ਸੀਗੇ ਕਿ ਰਾਜਨੀਤਿਕ ਅਸਰ ਦਾ ਪ੍ਰਭਾਵ ਜਿਹੜਾ ਜਾਂ ਰਾਜਨੀਤਿਕ ਅਸਰ ਪਿਆ ਪੰਜਾਬੀ ਦੇ ਉੱਤੇ। ਮੈਂ ਹਮੇਸ਼ਾ ਇਹ ਗੱਲ ਮੰਨ ਕੇ ਚੱਲਦਾ ਹਾਂ ਕਿ ਕੋਈ ਵੀ ਰਾਜਨੀਤਿਕ ਸ਼ਕਤੀ ਹੋਵੇ, ਚਾਹੇ ਉਹ ਮੁਗਲ ਹੋਣ, ਚਾਹੇ ਉਹ ਅੰਗਰੇਜ਼ ਹੋਵੇ ਜਾਂ ਮੌਜੂਦਾ ਸਰਕਾਰਾਂ ਹੋਣ, ਉਹਨਾਂ ਨੂੰ ਜਾਗੇ ਹੋਏ ਲੋਕ ਪਸੰਦ ਨਹੀਂ ਗਏ। ਤੇ ਪੰਜਾਬੀ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਜਾਗਣ ਦਾ ਸਾਧਨ ਪ੍ਰੋਵਾਈਡ ਕਰਦੀ ਹੈ। ਤੇ ਇਸ ਕਰਕੇ ਰਾਜਨੀਤਿਕ ਤਾਕਤਾਂ ਸਾਨੂੰ ਪੰਜਾਬੀ ਨਾਲੋਂ ਤੋੜਨ ਦੀ ਗੱਲ ਕਰਦੀ ਹੈ। ਜਿਹੜੀ ਗੱਲ ਡਾਕਟਰ ਪ੍ਰਗਟ ਸਿੰਘ ਹੋਰਾਂ ਨੇ ਬਹੁਤ ਖੁੱਲ੍ਹ ਕੇ ਕਹੀ ਕਿ ਇੱਥੇ ਗੱਲ ਭਾਰਤ ਦੀ ਨਹੀਂ ਹੈ ਜਾਂ ਹਿੰਦੁਸਤਾਨ ਤਾਂ ਹੈ ਹੀ ਨਹੀਂ, ਭਾਰਤ ਜਾਂ ਇੰਡੀਆ ਦੀ ਨਹੀਂ ਹੈ ਗੱਲ ਤੇ ਪੰਜਾਬ ਦੀ ਹੈ। ਗੱਲ ਪੰਜਾਬ ਦੀ ਹੈ। ਪੰਜਾਬ ਤੇ ਹਿੰਦੁਸਤਾਨ ਦੋ ਵੱਖ-ਵੱਖ ਹੈਸੀਅਤ ਰੱਖਣ ਵਾਲੀਆਂ ਮੁਲਕ ਨੇ, ਵੱਖਰੀਆਂ ਸਭਿਅਤਾਵਾਂ ਨੇ, ਵੱਖਰੀਆਂ ਬੋਲੀਆਂ ਹੈਗੀਆਂ। ਅਸੀਂ ਇਸ ਪੱਖ ਤੋਂ ਹਾਲੇ ਤੱਕ ਖੋਜ ਨਹੀਂ ਕੀਤੀ, ਸਾਨੂੰ ਖੋਜ ਇਸ ਪੱਖ ਤੋਂ ਕਰਨ ਦੀ ਲੋੜ ਹੈ। ਉਹ ਜਿਹੜੀ ਸੀ ਨਾ ਗੱਲ ਡਾਕਟਰ ਪ੍ਰਗਟ ਸਿੰਘ ਹੋਰਾਂ ਦੀ, ਭਈ ਭਾਸ਼ਾ ਨੂੰ ਮਤਲਬ ਹਿੰਦ ਤੇ ਪੰਜਾਬ ਦੇ ਵੱਖਰੇ ਰੂਪ 'ਚ ਦੇਖਣ ਦੀ ਲੋੜ ਹੈ। ਤੇ ਮੈਂ ਉਹਦੇ ਲਈ ਕਮੈਂਟ ਵੀ ਕੀਤਾ ਸੀ ਬਾਅਦ ਵਿੱਚ ਜਦੋਂ ਸਵਾਲ ਕਰਨ ਦਾ ਸਮਾਂ ਮਿਲਿਆ ਸੀਗਾ, ਵੀ ਜਦੋਂ ਸ਼ਾਹ ਮੁਹੰਮਦ ਆਖਦਾ ਹੈ ਨਾ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਪਾਤਸ਼ਾਹੀ ਫੌਜਾਂ ਦੋਵੇਂ ਭਾਰੀਆਂ ਨੇ, ਭਈ ਉਸ ਵੇਲੇ ਜਿਹੜੀਆਂ ਐਂਗਲੋ ਸਿੱਖ ਵਾਰਸ ਨੇ ਜਿਹੜੀਆਂ 1800 ਮਤਲਬ 45 46 47 ਦੇ ਵਿੱਚ ਹੁੰਦੀਆਂ, 48 ਤੱਕ ਚੱਲਦੀਆਂ, ਉਹਦੇ ਵਿੱਚ ਇਹ ਗੱਲ ਬਿਲਕੁਲ ਜ਼ਾਹਰ ਹੋ ਜਾਂਦੀ ਹੈ, ਸਾਬਤ ਹੋ ਜਾਂਦੀ ਹੈ ਕਿ ਅਸੀਂ ਰਾਜਨੀਤਿਕ ਤੌਰ ਤੇ ਵੱਖਰੀਆਂ ਸਭਿਅਤਾਵਾਂ ਦੇ ਮਾਲਕ ਸੀਗੇ, ਵੱਖਰੀਆਂ ਬੋਲੀਆਂ ਵਾਲੇ ਸੀ। ਤੇ ਡਾਕਟਰ ਪ੍ਰਗਟ ਸਿੰਘ ਹੋਰਾਂ ਨੇ ਇਸ ਗੱਲ ਨੂੰ ਬਹੁਤ ਖੁੱਲ੍ਹੇ ਢੰਗ ਨਾਲ ਉਜਾਗਰ ਕਰਕੇ ਸਾਨੂੰ ਦੱਸਿਆ ਸੀਗਾ ਵੀ ਇਸ ਨੁਕਤੇ ਉੱਤੇ ਵੀ ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਖੋਜ ਹੋਣ ਦੀ ਲੋੜ ਹੈ ਕਿ ਉਹ ਕਿਹੜੀਆਂ ਸ਼ਕਤੀਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਪੰਜਾਬੀ ਤੋਂ ਦੂਰ ਕਰਨ ਦਾ ਯਤਨ ਕੀਤਾ, ਤੇ ਅੱਜ ਦੇ ਸਮੇਂ 'ਚ ਤੇ ਭਵਿੱਖ ਦੇ ਵਿੱਚ ਕਿਹੜੀਆਂ ਤਾਕਤਾਂ ਹੈਗੀਆਂ ਨੇ ਜਿਹੜੀਆਂ ਸਾਨੂੰ ਪੰਜਾਬੀ ਤੋਂ ਦੂਰ ਕਰਨ ਦਾ ਯਤਨ ਕਰਦੀਆਂ। ਇਹਨੂੰ ਵੀ ਆਇਡੈਂਟੀਫਾਈ ਕਰਨ ਦੀ, ਇਹਨਾਂ ਦੀ ਪਛਾਣ ਕਰਨ ਵਾਸਤੇ ਇਸ ਪਹਿਲੂ ਤੇ ਵੀ ਖੋਜ ਹੋਣ ਦੀ ਲੋੜ ਹੈ। ਹਾਂਜੀ, ਬਹੁਤ ਧੰਨਵਾਦ ਜੀ। ਬਹੁਤ ਹੀ ਥੋੜਾ ਸਮਾਂ ਰਹਿ ਗਿਆ। ਬਲਦੇਵ ਜੀ, ਅਵਤਾਰ ਸਿੰਘ ਜੀ ਨੇ ਇੱਕ ਥੋੜਾ ਜ਼ਿਕਰ ਕੀਤਾ ਕਿ ਜਿਹੜੇ ਪੰਜਾਬ ਤੋਂ ਜਿਹੜੇ ਵਿਦਵਾਨ ਆਉਂਦੇ ਆ, ਆਮ ਤੌਰ ਤੇ ਜਿਹੜੀ ਧਾਰਨਾ ਪਾਈ ਜਾਂਦੀ ਆ ਪੱਛਮੀ ਜਾਂ ਪ੍ਰਵਾਸੀ ਪੰਜਾਬੀਆਂ ਦੇ ਵਿੱਚ ਕਿ ਅਗਰ ਪੰਜਾਬ ਤੋਂ ਜਾਂ ਭਾਰਤ ਤੋਂ ਕੋਈ ਵਿਦਵਾਨ ਖੋਜ ਪੱਤਰ ਪੜ੍ਹਨ ਵਾਸਤੇ ਨਹੀਂ ਆਉਂਦਾ ਤੇ ਉਹ ਕਾਨਫਰੰਸ ਜਾਂ ਉਹ ਸਮਾਗਮ ਜਾਂ ਇਕੱਤਰਤਾ ਉਹ ਕਾਮਯਾਬ ਨਹੀਂ ਸਮਝੀ ਜਾਂਦੀ। ਇਸ ਵਿਸ਼ੇ ਦੇ ਨਾਲ ਦੀ ਨਾਲ ਜੋ ਖੋਜ ਪੱਤਰ, ਖੋਜ ਵਿਧੀ ਦੇ ਵਿੱਚ ਕਿਹੜੇ ਮੁੱਖ ਨਿਯਮ ਹੋਣੇ ਚਾਹੀਦੇ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਲਦੇਵ ਜੀ? ਬਿਲਕੁਲ ਚੰਦਰਪਾਲ ਜੀ, ਆ ਜਿਹੜੇ ਨਿਯਮਾਂ ਦੀ ਗੱਲ ਕੀਤੀ ਹੈ ਤਾਂ ਤੁਸੀਂ ਬਹੁਤ ਡੂੰਘਾ ਸਵਾਲ ਪੁੱਛ ਲਿਆ ਹੈਗਾ, ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਦੇਖੋ ਪਿਛਲੀ ਜਿਹੜੀ ਕਾਨਫਰੰਸ ਹੋਈ ਸੀ ਕੋਵਿਡ ਤੋਂ ਪਹਿਲਾਂ, ਉਹਦੇ ਤੋਂ ਬਾਅਦ ਜੋ ਆਪਣੀ ਜਿਹੜੇ ਆਰਗੇਨਾਈਜ਼ਰ ਹੈਗੇ ਆ, ਪ੍ਰਗਟ ਸਿੰਘ ਜੀ ਹੈਗੇ ਆ, ਇਹਨਾਂ ਨੇ ਲੀਡ ਕੀਤੀ ਸੀ ਜਿਹੜੀ ਡੀਬਰੀਫਿੰਗ ਦਾ ਸੈਸ਼ਨ ਆਪਣਾ ਹੋਇਆ ਸੀ, ਉਹਦੇ ਤੇ ਇਹਨਾਂ ਨੇ ਔਰ ਦੂਸਰੇ ਸਾਥੀਆਂ ਨੇ ਇਹ
ਆਪਣੇ ਵਿਚਾਰ ਪ੍ਰਗਟ ਕੀਤੇ ਸੀ ਕਿ ਜੋ ਪੇਪਰ ਉੱਥੇ ਪ੍ਰੈਜ਼ੈਂਟ ਕੀਤੇ ਗਏ ਸੀ, ਜੋ ਮਹਿਮਾਨ ਸਾਡੇ ਪੰਜਾਬ ਤੋਂ ਆਏ ਸੀ, ਕਿ ਉਹਨਾਂ ਦੇ ਵਿੱਚ ਜਿਹੜੀ ਖੋਜ ਵਿਧੀ ਆ ਉਹਨਾਂ ਦੇ ਪਰਚਿਆਂ ਦੇ ਵਿੱਚੋਂ ਉੱਭਰ ਕੇ ਬਾਹਰ ਨਹੀਂ ਆਉਂਦੀ ਹੈਗੀ। ਮੋਸਟਲੀ ਉਹਨਾਂ ਦੇ ਪਰਚੇ ਇਹੀ ਸੀ ਕਿ ਬਈ ਉਹ ਨਕਲ ਚੇਪੀ ਜਿਵੇਂ ਕਹਿਦੇ ਆ, ਤੇ ਉਹ ਨਕਲ ਚੇਪੀ ਕੀਤੀ ਗਈ ਸੀ, ਤੇ ਉਹਦੇ ਵਿੱਚ ਜਿਹੜਾ ਪ੍ਰਗਟ ਸਿੰਘ ਜੀ ਇਹ ਚਾਹੁੰਦੇ ਸੀ ਕਿ ਬਈ ਉਹਦੇ ਵਿੱਚ ਸੁਧਾਰ ਲਿਆਂਦਾ ਜਾਵੇ, ਤਾਂ ਕਿ ਚਰਚਾ ਹੋਵੇ ਕਿ ਬਈ ਜਿਹੜੀ ਖੋਜ ਵਿਧੀ ਆ ਉਹ ਹੁੰਦੀ ਕੀ ਹੈਗੀ ਆ, ਕਿ ਜਿਹੜੀ ਖੋਜ ਆ ਉਹ ਕਿਸ ਤਰ੍ਹਾਂ ਕੀਤੀ ਜਾਂਦੀ ਆ। ਇਸ ਲਈ ਉਹਨਾਂ ਨੇ ਇਹ ਜਿਹੜਾ ਪਰਚਾ ਪ੍ਰੈਜ਼ੈਂਟ ਕੀਤਾ ਸੀਗਾ। ਮੇਰਾ ਖਿਆਲ ਹੈ ਇਸ ਪਰਚੇ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਸੀ। ਹੁਣ ਇਹਦਾ ਆਪਾਂ ਇਹ ਨਹੀਂ ਕਹਿ ਰਹੇ ਕਿ ਪੰਜਾਬ ਦੇ ਵਿੱਚ ਵਿਦਵਾਨ ਹੈ ਨਹੀਂ ਗੇ ਜਿਹੜੇ ਖੋਜ ਕਰਨ ਵਾਲੇ ਹੈਗੇ ਆ। ਇਹ ਤੋਂ ਕਨਕਲੂਜਨ ਇਹ ਆਪਾਂ ਕੱਢਦੇ ਹੈਗੇ ਕਿ ਬਈ ਉਹ ਆਪਾਂ ਨੂੰ ਬਹੁਤ ਸਖਤ ਮਿਹਨਤ ਕਰਨੀ ਪਊਗੀ ਕਿ ਜੇਕਰ ਆਪਾਂ ਉਹਨਾਂ ਨੂੰ ਇਹਨਾਂ ਕਾਨਫਰੰਸਾਂ ਤੇ ਸੱਦਾ ਪੱਤਰ ਦਿੰਦੇ ਹੈਗੇ ਆ, ਤੇ ਆਪਾਂ ਨੂੰ ਬਹੁਤ ਡੂੰਘੇ ਜਾਣਾ ਪਊਗਾ ਔਰ ਉਹਨਾਂ ਨੂੰ ਲੱਭ ਕੇ ਲਿਆਉਣਾ ਪਊਗਾ, ਤਾਂ ਕਿ ਉਹ ਉਹਨਾਂ ਨੂੰ ਜਿਹੜੇ ਵਿਸ਼ੇ ਦਿੱਤੇ ਜਾਂਦੇ ਆ ਉਹਨੂੰ ਉਹ ਜਸਟਿਸ ਕਰ ਸਕਣ। ਹਾਂਜੀ, ਬਹੁਤ ਬਹੁਤ ਧੰਨਵਾਦ। ਬਹੁਤ ਸਮਾਂ ਥੋੜਾ ਰਹਿ ਗਿਆ ਕੰਵਰ ਜੀ, ਤੁਸੀਂ ਪ੍ਰਬੰਧਕ ਦੇ ਤੌਰ ਦੇ ਉੱਤੇ ਵੀ ਜਾਂ ਕਿ ਦਰਸ਼ਕ ਦੇ ਤੌਰ ਦੇ ਉੱਤੇ ਵੀ ਇਹ ਅੱਜ ਦੀ ਗੱਲਬਾਤ ਨੂੰ ਜਾਂ ਕਾਨਫਰੰਸ ਨੂੰ ਕਿਵੇਂ ਰੈਪ ਅਪ ਕਰਦੇ ਆ, ਤੇ ਤੁਸੀਂ ਕਿਹਨਾਂ ਧੰਨਵਾਦ ਕਰਨਾ ਚਾਹੁੰਦੇ ਆ ਕਮਲ ਬਰਾੜ ਜੀ? ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਸ਼ਿੰਦਰਪਾਲ ਜੀ ਤੇ ਸਿੱਖ ਚੈਨਲ ਜੀ ਦਾ, ਕਿ ਤੁਸੀਂ ਅੱਜ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਕਾਨਫਰੰਸ ਦੀ ਸਮੀਖਿਆ ਕਰਨ ਦਾ। ਇਹ ਬਹੁਤ ਹੀ ਵੱਡਾ ਉਪਰਾਲਾ ਤੁਹਾਡਾ ਕਿ ਜਿਹੜੀ ਗੱਲਬਾਤ 2 ਦਿਨਾਂ ਦੇ ਵਿੱਚ ਹੋਈ ਉਹਨੂੰ ਹੋਰ ਦੁਨੀਆ ਤੱਕ ਕਿਵੇਂ ਪਹੁੰਚਾਇਆ ਜਾਵੇ, ਕਿਉਂਕਿ ਪੰਜਾਬੀ ਦੇ ਵਿੱਚ ਸੱਥ ਦਾ ਤੇ ਸੰਗਤ ਦਾ ਸੰਕਲਪ ਹੈ ਜੋ ਉਹਨੂੰ ਅੱਜ ਸਾਨੂੰ ਫੇਰ ਨਿਖਾਰਨ ਦੀ ਲੋੜ ਹੈ। ਜਿਵੇਂ ਆਪਣੀ ਗੱਲਬਾਤ 2 ਦਿਨ ਪਹਿਲਾਂ ਹੋ ਰਹੀ ਸੀ ਕਿ ਪੰਜਾਬੀ ਦੇ ਵਿੱਚ ਅੱਜ ਸਾਹਿਤਕ ਸਮਾਗਮ ਬਹੁਤ ਹੋ ਰਹੇ ਨੇ, ਪਰ ਸਾਨੂੰ ਪੰਜਾਬੀ ਸੰਮੇਲਨਾਂ ਵੱਲ ਚੱਲਣ ਦੀ ਲੋੜ ਹੈ, ਤੁਰਨ ਦੀ ਲੋੜ ਹੈ ਕਿ ਆਪਾਂ ਵਿਚਾਰ ਚਰਚਾਵਾਂ ਕਰੀਏ। ਤੇ ਅੱਜ ਬਹੁਤ ਹੀ ਤੁਹਾਡਾ ਧੰਨਵਾਦ ਤੇ ਸਾਰੇ ਬੁਲਾਰਿਆਂ ਦਾ। ਤੇ ਕਾਨਫਰੰਸ ਦਾ ਜੋ ਆਯੋਜਨ ਹੋਇਆ ਉਹਦੇ ਵਿੱਚ ਮੈਂ ਲੈਸਟਰ ਦੀ ਜੋ ਟੀਮ ਹੈ ਉਹਦੇ ਵਿੱਚ ਮੁਖਤਿਆਰ ਸਿੰਘ ਜੀ, ਅਮਰਜੀਤ ਸਿੰਘ ਜੀ, ਤੇਜਿੰਦਰ ਕੌਰ ਜੀ ਤੇ ਸਾਡੇ ਸਾਥੀ ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਹਰਵਿੰਦਰ ਸਿੰਘ ਜੀ ਤੇ ਅਰਮਿੰਦਰ ਸਿੰਘ ਜੀ ਨੇ ਜੋ ਉਪਰਾਲਾ ਕੀਤਾ, ਤੇ ਬਲਵਿੰਦਰ ਸਿੰਘ ਚਾਹਲ ਜੀ ਨੇ ਜੋ ਉਪਰਾਲਾ ਕੀਤਾ, ਤੇ ਕੰਦੋਲਾ ਸਾਹਿਬ ਤੇ ਅਵਤਾਰ ਸਿੰਘ ਜੀ ਤੇ ਡਾਕਟਰ ਸਾਧੂ ਸਿੰਘ ਜੀ ਹੋਰਾਂ ਦੀ ਤਾਂ ਮੈਂ ਪਤਾ ਨਹੀਂ ਕਿਹੜੇ ਸ਼ਬਦ ਨਾਲ ਧੰਨਵਾਦ ਕਰਾਂ, ਕਿਉਂਕਿ ਇਹਨਾਂ ਦੀ ਜੋ ਰਹਿਨਮਾਈ ਦੇ ਹੇਠ ਤੇ ਡਾਕਟਰ ਪ੍ਰਗਟ ਸਿੰਘ ਦੀ ਸਰਪ੍ਰਸਤੀ ਦੇ ਅਧੀਨ ਜੋ ਇਹ ਕਾਨਫਰੰਸ ਹੋਈ ਹੈ ਬਹੁਤ ਵਧੀਆ ਨਤੀਜੇ ਲੈ ਕੇ ਆਊਗੀ ਆਉਣ ਵਾਲੇ ਸਮੇਂ ਵਿੱਚ। ਕਿਉਂਕਿ ਜਿਵੇਂ ਕੰਦੋਲਾ ਸਾਹਿਬ ਨੇ ਕਿਹਾ ਸੀ ਕਿ ਇੱਕ ਅਸੀਂ ਸਰਵੇਖਣ ਕੀਤਾ ਕਾਨਫਰੰਸ ਦੇ ਬਾਅਦ ਦੇ ਵਿੱਚ, ਮੈਂ ਸਾਥੀਆਂ ਨਾਲ ਉਸ ਜੇ ਸਰਵੇਖਣ ਦੇ ਨਤੀਜੇ ਸਾਂਝੇ ਕਰਦਾ ਖੁਸ਼ੀ ਲਵਾਂ ਕਿ ਅਸੀਂ ਪੁੱਛਿਆ ਸੀਗਾ ਕਿ ਤੁਸੀਂ ਕਾਨਫਰੰਸ ਦੇ ਵਿੱਚੋਂ 10 ਚੋਂ ਸਾਨੂੰ ਕਿੰਨੇ ਨੰਬਰ ਦੇਵੋਗੇ, ਤੇ ਔਸਤਨ ਸਾਨੂੰ ਜੀ 8.6 ਨੰਬਰ ਸਾਡੇ ਸੁਣਨ ਵਾਲਿਆਂ ਨੇ ਦਿੱਤੇ। ਅਸੀਂ ਬਹੁਤ ਹੀ ਧੰਨਵਾਦੀ ਹਾਂ ਉਹਨਾਂ ਦੇ ਕਿ ਉਹਨਾਂ ਨੇ ਬਹੁਤ ਸੋਹਣੇ ਵਿਚਾਰ ਸਾਨੂੰ ਦਿੱਤੇ ਆ ਕਿ ਅਸੀਂ ਇਸ ਕਾਨਫਰੰਸ ਨੂੰ ਅੱਗੇ ਤੋਂ ਹੋਰ ਵੀ ਕਿਵੇਂ ਵਧੀਆ ਬਣਾ ਸਕਦੇ ਹਾਂ। ਇਸੇ ਨਾਲ ਮੈਂ ਜੀ ਤੁਹਾਡਾ ਤੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅੱਜ ਪੰਜਾਬੀ ਕਾਨਫਰੰਸ ਦੀ UK 2023 ਦੀ ਸਮੀਖਿਆ ਕੀਤੀ ਹੈ। ਧੰਨਵਾਦ। ਠੀਕ ਹੈ ਜੀ, ਇਹਨਾਂ ਸ਼ਬਦਾਂ ਨਾਲ ਆਪ ਜੀ ਦਾ, ਡਾਕਟਰ ਅਵਤਾਰ ਸਿੰਘ ਜੀ ਆਪ ਜੀ ਦਾ, ਡਾਕਟਰ ਬਲਦੇਵ ਸਿੰਘ ਕੰਦੋਲਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪਿਆਰੇ ਦਰਸ਼ਕੋ, ਇਹ ਸਨ ਸਾਡੇ ਅੱਜ ਦੇ ਮਹਿਮਾਨ ਜਿਨ੍ਹਾਂ ਨੇ ਲੈਸਟਰ ਦੀ ਕਾਨਫਰੰਸ ਦੀ ਗੱਲ ਕੀਤੀ ਹੈ, ਜੋ ਕਸਵੱਟੀ ਦੀ ਗੱਲ ਕੀਤੀ ਹੈ ਕਿ ਉਹ ਕਸਵੱਟੀ ਕਿਹੋ ਜਿਹੀ ਹੈ ਜਿਹਦੇ ਨਾਲ ਅਸੀਂ ਕਿਸੇ ਵੀ ਕਾਨਫਰੰਸ ਦੀ, ਕਿਸੇ ਵੀ ਪ੍ਰੋਗਰਾਮ ਦੀ, ਕਿਸੇ ਵੀ ਸੰਮੇਲਨ ਦੀ ਜਿਹੜੀ ਆ ਕਾਮਯਾਬੀ ਨੂੰ ਮਿਣ ਸਕਦੇ ਹਾਂ। ਜੋ ਹੁਣ ਕੰਵਰ ਜੀ ਨੇ ਕਿਹਾ ਕਿ ਸਾਨੂੰ 8.6 ਜਿਹੜੇ ਔਸਤ ਨੰਬਰ ਆਏ ਨੇ 10 ਦੇ ਵਿੱਚੋਂ, ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਕਿ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਤੇ ਨਾਲ ਦੀ ਨਾਲ ਆਪਣੇ ਵਿਚਾਰ ਵੀ ਦਿੱਤੇ, ਸੁਝਾਅ ਵੀ ਦਿੱਤੇ। ਇਹ ਵੀ ਬਹੁਤ ਜ਼ਰੂਰੀ ਹੈ ਕਿ ਪ੍ਰਬੰਧਕਾਂ ਨੂੰ ਆਡੀਅנס ਦੇ ਨਾਲ, ਦਰਸ਼ਕਾਂ ਦੇ ਨਾਲ ਵੀ ਰਾਬਤਾ ਕਾਇਮ ਕਰਨ ਦੀ ਲੋੜ ਹੈ, ਕਿਉਂਕਿ ਸੰਗਤ ਦੇ ਵਿੱਚੋਂ ਹੀ ਜਿਹੜੇ ਇਹ ਦਰਸ਼ਕਾਂ ਦੇ ਵਿੱਚੋਂ ਹੀ ਵਿਚਾਰ ਆਉਂਦੇ ਨੇ, ਤੇ ਉਹ ਦਰਸ਼ਕ ਵੀ ਜਿਹੜੇ ਨੇ ਉਹ ਮਾਨਸਿਕਤਾ ਲੈ ਕੇ ਆਉਂਦੇ ਸਿੱਖਣ ਦੀ, ਉਹਨਾਂ ਦੇ ਵਿੱਚ ਵੀ ਗਿਆਨ ਹੁੰਦਾ ਹੈ। ਸੋ ਮੇਰੇ ਖਿਆਲ ਇੱਕ ਵਾਰ ਫਿਰ ਅਸੀਂ ਸਿੱਖ ਐਜੂਕੇਸ਼ਨ ਕੌਂਸਲ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦੇ ਹਾਂ। ਇਹ ਜਿਹੜਾ ਸਿਲਸਿਲਾ ਹੈ ਚੱਲਦਾ ਰਹਿਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦਾ ਵਿਕਾਸ ਕਦੇ ਰੁਕਣਾ ਨਹੀਂ ਚਾਹੀਦਾ। ਖਾਸ ਤੌਰ ਤੇ ਤਕਨੀਕੀ ਵਿਕਾਸ ਦੀ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਾਂਗੇ। ਇਹਨਾਂ ਸ਼ਬਦਾਂ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਸ਼ਿੰਦਰਪਾਲ ਸਿੰਘ ਨੂੰ ਆਗਿਆ ਦਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰੀ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।